जुगो जुगो अटल गद्दी ते बिराजमान तुरदी बाणी अलाही बाणी अगम्मी बाणी शब्द स्वरूप कल जुग के बोहित धन 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 श्री गुरु ग्रंथ साहिब पातशाह जी दी निੱਘੀ गोद ब्रह्म ज्ञानी ब्रह्मलीन संत बाबा मीहा सिंह जी सियाड़ साहिब वाले उन्हां दी निੱਘੀ ते मिठी याद अंदर गुरु दी गोद दा आनंद मान रहे हाँ। आओ दो शब्द संत बाबा मीहा सिंह जी दे चरणां विच शरधा दे फुल पेंट करन तो पहला गुरु दी साजी और नवाजी साध संगत जी आप जी नूं दास बड़े ही अदब सत्कार दे नाल गुरु फतेह दी सांझ पावेगा। सो सारियां संगतां रसना पवित्र करो जी। आखो जी वाहिगुरु जी का खालसा वाहिगुरु जी की फतेह। संगत जी अज दा जिहड़ा तिहाड़ा है ना आम बोल चाल दी भाषा विच कह दिंदे आ बरसी। उंज बरसी जो शब्द है ना ये दुनियादार गृहस्थी उन्हां लोकां लई है जिन्हां ने खाना पीना सोना हसना और इस संसार तो चले जाना चले जांदे ने। भाव जिन्हां दी मौत हो जाती है उन्हां नूं असीं कहने आ कि अज फलां बंदे दी बरसी है। वो बरसी शब्द ना बरस तो बनिया है। जो वर्सी शब्द है ये किसी मनुख दे इस धरती तो जान दी एक सालगिरह होया करती है। परंतु जिस दरबार में असीं बैठे हैं ना धन श्री गुरु ग्रंथ साहिब पातशाह जी रहनुमाई करते ने ते गुरु घर दे सेवक प्यार वाली रूह संत बाबा सरबजोत सिंह जी सेवादार बन के गुरु नानक दे घर दे उन्हां दा हुक्म उन्हां दी जो वाणी है अलाही वाणी उस नूं जन जन तक पहुंचाउण दा जिहड़ा अत उत्तम स्वार्थ संगतां दे जीवन नूं उच्चा करना कर रहे ने उन्हां दा भी धन्नवादी है दास। मैं बेनती कर रहा सी कि जिहड़े संत ने ब्रह्म ज्ञानी ने जे गृहस्थी लोग जिहड़े आम लोग ने उन्हां दे जाण तो बाद उन्हां दियां बरसियां हुंदियां ने ते फिर संतां दियां भी इंज बरसियां हुंदियां। माफ करना दास दा नजरिया थोड़ा जिहा इहदे नालों भिन्न है। इहनूं आपां बरसी नहीं कह सकदे क्योंकि प्यारिओ जन्म 84 लख जून दे विच सब नूं मिलदा समा आण ते इस धरती तो फना होया जा करदा है। जिहड़ा मनुख है ना 84 लख जून च जदों कोई मुक जाए मौत हो जाए डेथ हो जाए असीं कुछ शब्द वरतदे हां। कदे कहने आ कि फलां बंदे दी अज भाई मौत हो गई ते किसी लई वरतदे आ कि फलां बंदा मुक गया ते किसी बिरले बिरले लई असीं कहने आ कि फलां बीबी जां भाई चढ़ाई कर गया ते किसी विरले लई असीं कहने आ कि फलां बंदा फलां शरीर
ਅੱਜ ਪੂਰਾ ਹੋ ਗਿਆ। ਪਿਆਰਿਓ, ਮਰਨਾ ਜਿਹੜਾ ਨਾ ਇਹ ਜ਼ਿਆਦਾਤਰ ਸੰਸਾਰ ਦੇ ਹਿੱਸੇ ਆਉਂਦਾ। ਮਰਦੇ ਬਹੁਤਾਤ ਵਿੱਚ ਮਰਦੇ ਨੇ, ਪੂਰਾ ਕੋਈ ਵਿਰਲਾ ਹੁੰਦਾ, ਚੜ੍ਹਾਈ ਕੋਈ ਵਿਰਲਾ ਕਰਦਾ। ਹੁਣ ਜਿਹੜੇ ਬ੍ਰਹਮ ਗਿਆਨੀ ਨੇ, ਜਿਹੜੇ ਸੰਤ ਨੇ, ਜਦੋਂ ਇਹ ਚੋਲਾ ਛੱਡਦੇ ਨੇ ਨਾ ਪਿਆਰਿਓ, ਉਸ ਚੋਲਾ ਛੱਡਣ ਦੀ ਦਸ਼ਾ ਨੂੰ, ਚੋਲਾ ਛੱਡਣ ਦੀ ਕਿਰਿਆ ਨੂੰ ਅਸੀਂ ਮੌਤ ਨਹੀਂ ਜੇ ਕਹਿ ਸਕਦੇ। ਉਹਨੂੰ ਅਸੀਂ ਇਹ ਨਹੀਂ ਕਹਿ ਸਕਦੇ ਕਿ ਫਲਾਨਾ ਸੰਤ ਉਹਨਾਂ ਦੀ ਮੌਤ ਹੋ ਗਈ। ਨਾ ਨਾ, ਜੇ ਮੌਤ ਹੀ ਹੋਣੀ ਹੈ ਫਿਰ ਸੰਤ ਨਹੀਂ ਹੋਏਗਾ। ਇੱਕ ਤੱਤ ਸੱਚ ਹੋਏਗਾ, ਜੇ ਮੌਤ ਹੋਈ ਫਿਰ ਸੰਤ ਨਹੀਂ, ਜੇ ਪੂਰੇ ਹੋਏ ਨੇ, ਚੜ੍ਹਾਈ ਕਰ ਗਏ, ਫਿਰ ਬ੍ਰਹਮ ਗਿਆਨੀ ਸੰਤ ਨੇ, ਇਹਦੇ 'ਚ ਕੋਈ ਸ਼ੱਕ ਨਹੀਂ। ਇਹ ਪਮਾਨਾ ਕਿਵੇਂ ਲਾਉਂਗੇ ਹੁਣ, ਕਿ ਨਾਪੋਗੇ ਕਿਵੇਂ? ਕੋਈ ਹੈ ਕੋਈ ਸਾਡੇ ਕੋਲ ਮੀਟਰ, ਕੋਈ ਜੰਤਰ, ਕੋਈ ਲੈਬੋਰੇਟਰੀ ਸਾਇੰਸ ਦੀ ਜਿਹਦੇ 'ਚ ਦੇਖ ਲਈਏ ਕਿ ਇਹ ਪੂਰਨ ਸੰਤ ਹੈਣ? ਪਰ ਸਭ ਤੋਂ ਪਹਿਲਾਂ ਤਾਂ ਜੀਵਨ ਦੀ ਜਿਹੜੀ ਕਲਾ ਹੈ ਨਾ, ਜਿਹੜਾ ਆਰਟ ਆਫ ਲਿਵਿੰਗ ਹੈ, ਇਹ ਮੋٹے ਤੌਰ ਤੇ ਵੇਖਣਾ ਪੈਂਦਾ ਕਿ ਕੌਣ ਕਿਸ ਤਰ੍ਹਾਂ ਜੀ ਰਿਹਾ। ਅਸੀਂ ਗ੍ਰਸਤੀ ਲੋਕਾਂ ਸਾਰੇ ਆਪਣੇ ਆਪਣੇ ਕੁਟੁੰਬ ਨੂੰ ਪਾਲਦੇ ਆ, ਆਪਣੇ ਕੁਟੁੰਬ ਦੀ ਫਿਕਰ ਹੈ ਨਾ। ਪਰ ਜਿਹੜੇ ਮਹਾਪੁਰਸ਼ ਨੇ, ਜਿਵੇਂ ਆ ਹੁਣ ਚੱਲ ਰਿਹਾ ਜਿਹੜਾ ਸਮਾਗਮ, ਇਹਦਾ ਭਾਵ ਕੀ ਹੈ ਕਿ ਜਿੰਨੇ ਸਰੀਰ ਇੱਥੇ ਆਣਗੇ, ਜਿਹੜੀ ਉਹਨਾਂ ਨੂੰ ਸੁਗਾਤ ਮਿਲੇਗੀ, ਇਹ ਪਿਆਰਿਓ ਜਿਹੜੀ ਤੁਹਾਨੂੰ ਸੁਗਾਤ ਮਿਲਣੀ ਨਾ, ਉਹਦਾ ਜਿਹੜਾ ਸ਼੍ਰੇਅ ਹੈ ਨਾ, ਉਹ ਰੱਬ ਦੇ ਪਿਆਰੇ ਭਾਵ ਸੰਤਾਂ ਨੂੰ ਜਾਂਦਾ। ਕਿਉਂ ਭਲਾ? ਕਿਉਂਕਿ ਗੁਰੂ ਦੀ ਜਿਹੜੀ ਗੱਲ ਹੈ, ਗੁਰੂ ਦਾ ਹੁਕਮ ਹੈ, ਉਹ ਤੁਹਾਡੇ ਤੱਕ ਪਹੁੰਚਾਣਾ ਇੱਕ ਮਹਾਨ ਕਾਰਜ ਹੈ। ਹੁਣ ਜਿਹੜੀ ਗੁਰੂ ਦੀ ਗੱਲ ਹੈ ਨਾ ਪਿਆਰਿਓ, ਉਹ ਏਡੀ ਵੱਡੀ ਹੈ ਕਿ ਏਦਾਂ ਸਿੱਧਿਆਂ ਸਿੱਖਣਾ ਉਹਨੂੰ ਮੁਸ਼ਕਲ ਹੈ। ਉਂਝ ਮੈਂ ਆਪ ਜੀ ਦਾ ਧਿਆਨ ਇਸ ਬੰਨੇ ਵੀ ਦਵਾ ਦਿਆਂ ਕਿ ਕੇਵਲ ਦੁਨੀਆ ਦਾ ਇੱਕ ਧਰਮ, ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਭਾਏ ਮਾਨਣੇ, ਇਹਦੇ ਵਿੱਚ ਏਦਾਂ ਕੋਈ ਵਿਚੋਲੇ ਦੀ ਲੋੜ ਨਹੀਂ ਹੈ। ਪਰ ਜਿਵੇਂ ਦੁਨਿਆਵੀ ਕੰਮ ਸਿੱਖਣੇ ਪੈਂਦੇ ਨੇ ਨਾ, ਸੰਤਾਂ ਮਹਾਪੁਰਸ਼ਾਂ ਦੇ ਲਾਗੇ ਬੈਠ ਕੇ ਜਿਹੜੀ ਗੁਰੂ ਦਾ ਹੁਕਮ ਹੈ ਨਾ, ਉਹ ਸਹਿਜ ਹੀ ਸਮਝ ਆ ਜਾਂਦਾ। ਹੁਣ ਪਾਤਸ਼ਾਹ ਦਾ ਹੁਕਮ ਹੈ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਹੁਣ ਜੇ ਸਿੱਖ ਨੇ ਗੁਰੂ ਦਾ ਇੱਕ ਹੁਕਮ ਸੁਣ ਲਿਆ, ਅਸੀਂ ਸਾਰੇ ਇੰਨੇ ਉੱਚੇ ਕਰਮਾਂ ਵਾਲੇ ਤਾਂ ਨਹੀਂ ਨਾ ਕਿ ਸਿੱਧਾ ਹੀ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਜਾਂ ਪੋਥੀ ਦਾ ਪ੍ਰਕਾਸ਼ ਕਰਕੇ ਸਮਝ ਲਈਏ। ਜਿਨ੍ਹਾਂ ਦੁਆਰਾ ਸਾਨੂੰ ਗੁਰੂ ਦਾ ਹੁਕਮ ਸਮਝ ਆ ਰਿਹਾ ਹੈ ਜਾਂ ਸਰਵਣ ਕਰ ਰਹੇ ਹਾਂ, ਉਹਨੂੰ ਪਰਮਾਰਥ ਦੇ ਖਿੱਤੇ ਵਿੱਚ ਮਹਾਪੁਰਸ਼ ਸੰਤ ਆਖਿਆ ਜਾਂਦਾ ਹੈ। ਹੁਣ ਜੇ ਗੁਰੂ ਦੀ ਇੱਕ ਗੱਲ ਸਾਡੇ ਪੱਲੇ ਪੈ ਗਈ, ਰੁਤਬਾ ਕੀ ਮਿਲ ਗਿਆ? ਮਤ ਵਿੱਚ ਰਤਨ ਜਵਾਹਰ ਮਾਣਕ। ਅਸੀਂ ਤਾਂ ਲੱਭਦੇ ਨਾ ਘਰ ਦੀ ਗਰੀਬੀ ਦੂਰ ਕਰਨ ਲਈ। ਇਹ ਗੁਰੂ ਨਾਨਕ ਦਾ ਘਰ ਕਹਿ ਰਿਹਾ, ਪਿਆਰਿਆ ਤੂੰ ਆਪਣੇ ਜ਼ਿਹਨ ਦੇ ਅੰਦਰ ਗੁਰੂ ਦੀ ਇੱਕ ਗੱਲ ਮੰਨ ਲੈ, ਇੱਕ ਵਸਾ ਲੈ, ਤੇਰੇ ਘਰ ਤੱਕ ਕੀ ਤੇਰੀ ਮਤ ਵਿੱਚ ਵੀ ਰਤਨ ਜਵਾਹਰ ਮਾਣਕ ਆ ਜਾਣਗੇ। ਏਡੀ ਉੱਚੀ ਅਵਸਥਾ ਦੀ ਗੱਲ ਹੈ। ਤੇ ਜਦੋਂ ਇਹ ਸੰਤ ਮਹਾਪੁਰਸ਼ ਇਸ ਦੁਨੀਆ ਤੋਂ ਜਾਂਦੇ ਨੇ, ਫਿਰ ਪਿਆਰਿਓ ਇਹਨਾਂ ਨੂੰ ਕਹੀਦਾ ਕਿ ਅੱਜ ਉਹਨਾਂ ਦਾ ਪ੍ਰੀ ਨਿਰਵਾਣ ਦਿਵਸ ਹੈ। ਨਿਰਵਾਣ ਦਿਵਸ ਵੀ ਕਹਿੰਦੇ ਕਿ ਅੱਜ ਦਾ ਦਿਨ ਉਹ ਚੋਲਾ ਪੰਜ ਭੂਤਕ ਤਿਆਗ ਕੇ ਚਲੇ ਗਏ। ਹੁਣ ਪਿਆਰਿਓ ਜਿਹੜੀ ਮੌਤ ਹੈ ਨਾ, ਸੱਚ ਸਭ ਨੂੰ ਆਏਗੀ। ਜਦੋਂ ਮੌਤ ਆਉਂਦੀ ਹੈ, ਬੰਦਾ ਚੀਕਦਾ ਚੁਲਾਉਂਦਾ। ਉਹਦਾ ਕਾਰਨ ਪਤਾ ਕੀ ਹੈ?
ਕਿਉਂਕਿ ਮਨੁੱਖ ਜੀਣ ਦੇ ਫਲਸਫੇ ਨੂੰ ਨਹੀਂ ਸਮਝਿਆ, ਨਾ ਜਨਮ ਨੂੰ ਸਮਝਿਆ। ਜੇ ਜਨਮ ਹੀ ਨਾ ਸਮਝ ਲੱਗਿਆ ਤਾਂ ਮੌਤ ਕਿੰਜ ਸਮਝ ਲੱਗ ਜਾਏਗੀ। ਜਿਉਣ ਦੀ ਕਲਾ ਨਹੀਂ ਸਿੱਖੇ, ਮਾਫ ਕਰਨਾ। ਛੋਟਾ ਬਾਲਕ, ਛੋਟਾ ਬੱਚਾ, ਭੈਣਾਂ ਬੈਠੀਆਂ ਨੇ, ਜਦੋਂ ਬਾਲ ਦੇ ਤੁਸੀਂ ਕੱਪੜੇ ਬਦਲਦੇ ਹੋ, ਬੱਚਾ ਰੋਂਦਾ। ਹਾਲਾਂਕਿ ਕੋਈ ਤਕਲੀਫ ਦੇ ਕੰਮ ਤਾਂ ਨਹੀਂ ਕਰ ਰਹੇ ਆਪਾਂ, ਬੱਚਾ ਰੋਂਦਾ। ਕਿਉਂ ਰੋਂਦਾ ਬੱਚਾ ਭਲਾ? ਬੱਚੇ ਨੂੰ ਇੰਜ ਲੱਗਦਾ ਕਿਉਂਕਿ ਪਿਛਲੇ ਜਨਮ ਤੋਂ ਆਇਆ ਮੌਤ ਦਾ ਦੁੱਖ ਉਹਨੇ ਥੋੜਾ ਸਮਾਂ ਹੋਇਆ ਹਲੇ ਸਹੀ ਨੂੰ। ਜਦੋਂ ਚੋਲਾ ਬਦਲਦਾ ਮਨੁੱਖ, ਇਸ ਤਰ੍ਹਾਂ ਉਹ ਇੱਕ ਛੋਟੀ ਮੌਤ ਵਿਖਾਈ ਦਿੰਦੀ। ਮਾਫ ਕਰਨਾ, ਇਹ ਗੱਲ ਅਥੈਂਟਿਕ ਗੱਲ ਹੈ, ਗ੍ਰੰਥਾਂ ਵਿੱਚ ਲਿਖੀ ਹੋਈ ਹੈ। ਇਹ ਛੋਟੀ ਮੌਤ ਜਾਪਦੀ ਹੈ ਕਿ ਫਿਰ ਮੇਰੇ ਨਾਲ ਕੁਝ ਅਜਿਹਾ ਵਾਪਰਨ ਲੱਗਿਆ। ਬਾਲ ਅਵਸਥਾ ਹੁੰਦੀ ਹੈ, ਰੋਂਦਾ ਬੱਚਾ। ਜਿਉਂ-ਜਿਉਂ ਵੱਡਾ ਹੁੰਦਾ ਸਮਝ ਆ ਜਾਂਦੀ ਕਿ ਕੇਵਲ ਵਸਤਰ ਜਾਂ ਕੱਪੜੇ ਬਦਲਣ ਦੇ ਨਾਲ ਕੋਈ ਦੁੱਖ ਨਹੀਂ ਵਿਆਪਦਾ। ਇਹ ਅਵਸਥਾ ਹੈ ਨਾ। ਇਸੇ ਤਰ੍ਹਾਂ ਪਿਆਰਿਓ, ਜਦੋਂ ਇਨਸਾਨ ਨਾ ਗੁਰੂ ਦੇ ਲਾਗੇ ਬਹਿੰਦਾ, ਗੁਰੂ ਦੇ ਪਿਆਰਿਆਂ ਦੇ ਲਾਗੇ ਬਹਿੰਦਾ, ਇਸ ਗੱਲ ਦੀ ਸਮਝ ਆ ਜਾਂਦੀ ਕਿ ਜੇ ਇਹ ਆ ਮਨੁੱਖੀ ਚੋਲਾ ਛੁੱਟ ਵੀ ਗਿਆ ਤਾਂ ਇਹ ਬਹੁਤ ਘਬਰਾਉਣ ਵਾਲੀ ਗੱਲ ਨਹੀਂ ਹੈ। ਫਿਰ ਸਪਸ਼ਟ ਹੋ ਜਾਣਾ। ਹੁਣ ਸਮਝ ਕਿਉਂ ਨਹੀਂ ਆ ਰਹੀ ਗੱਲ? ਇਹਦਾ ਇੱਕ ਕਾਰਨ ਵੱਡਾ। ਬਿਰਤੀਆਂ ਕਰੇ, ਇਕਾਗਰ ਸਮਝਣ ਦੀ ਕੋਸ਼ਿਸ਼ ਕਰਿਓ ਜਰਾ। ਕਿਉਂਕਿ ਮਨੁੱਖ ਜੀ ਰਿਹਾ ਸੁਪਨੇ ਵਿੱਚ। ਸੁਪਨੇ ਹਨ ਦੋ ਪ੍ਰਕਾਰ ਦੇ। ਇੱਕ ਸੁਪਨਾ ਜਦੋਂ ਅੱਖ ਖੁੱਲਦੀ ਏ, ਅੱਖ ਖੁੱਲਣ ਦੇ ਨਾਲ ਸ਼ੁਰੂ ਹੋ ਜਾਂਦਾ, ਤੇ ਜਦੋਂ ਅੱਖਾਂ ਬੰਦ ਹੁੰਦੀਆਂ ਫਿਰ ਇਹ ਸੁਪਨਾ ਟੁੱਟ ਜਾਂਦਾ। ਫਿਰ ਪਤਾ ਲੱਗਦਾ ਇਹ ਪੂਰਾ ਜੀਵਨ ਸੁਪਨਾ ਸੀ। ਦੂਜੀ ਕਿਸਮ ਦਾ ਸੁਪਨਾ, ਇਹ ਤਾਂ ਸ਼ੁਰੂ ਹੋਇਆ ਸੀ ਨਾ, ਅੱਖ ਖੁੱਲੀ ਤੇ ਸੁਪਨਾ ਸ਼ੁਰੂ ਹੋ ਗਿਆ। ਦੂਜੀ ਕਿਸਮ ਦਾ ਸੁਪਨਾ ਇਹ ਵੇ ਕਿ ਤੁਸੀਂ ਰਾਤ ਬਿਸਤਰ ਤੇ ਲੇਟੇ, ਅੱਖ ਬੰਦ ਹੋਈ, ਇਹ ਸੁਪਨਾ ਅੱਖ ਬੰਦ ਹੋਣ ਨਾਲ ਸ਼ੁਰੂ ਹੁੰਦਾ ਏ ਤੇ ਅੱਖ ਖੁੱਲਣ ਦੇ ਨਾਲ ਟੁੱਟ ਜਾਂਦਾ। ਇਹ ਦੋ ਪ੍ਰਕਾਰ ਦੇ ਸੁਪਨੇ ਆ। ਜਿਹੜਾ ਤਾਂ ਸੁਪਨਾ ਰਾਤੀ ਵੇਖਦੇ ਆ, ਸੁਪਨਾ ਆਇਆ ਕਿ ਪਿੱਛੇ ਕੋਈ ਡਾਕੂ ਲੱਗੇ ਹੋਏ ਨੇ, ਦਰਿੰਦੇ ਲੱਗੇ ਹੋਏ ਨੇ, ਮਾਰ ਰਹੇ ਨੇ। ਸੁਪਨੇ ਦੇ ਵਿੱਚ ਹੀ ਸਾਨੂੰ ਪਸੀਨਾ ਆਏਗਾ, ਡਰ ਆਏਗੀ, ਘਬਰਾਹਟ ਆਏਗੀ, ਪਿਆਸ ਲੱਗੇਗੀ, ਬਚਾਓ ਬਚਾਓ ਆਖਾਂਗੇ। ਪਰ ਸੁਪਨੇ ਵਿੱਚ ਕੋਈ ਯਤਨ ਨਹੀਂ ਇਹ ਸਮਝਣ ਦਾ ਕਿ ਪਿਆਰਿਆ ਕਾਹਦੇ ਲਈ ਡਰਦਾ ਪਿਆ, ਇਹ ਤਾਂ ਹੈ ਹੀ ਸੁਪਨਾ। ਸੁਪਨੇ ਵਿੱਚ ਕੋਈ ਹੱਲ ਨਹੀਂ। ਜਦੋਂ ਸੁਪਨਾ ਟੁੱਟ ਜਾਂਦਾ, ਅੱਖ ਖੁੱਲਦੀ ਏ, ਫਿਰ ਪਤਾ ਲੱਗਦਾ ਕਿ ਜੋ ਵਾਰਤਾ ਭਾਣਾ ਵਰਤਿਆ ਇਹ ਕੇਵਲ ਤੇ ਕੇਵਲ ਸੁਪਨਾ ਸੀ, ਸੱਚਾਈ ਕੋਈ ਨਹੀਂ ਸੀ। ਹੁਣ ਦੂਜਾ ਸੁਪਨਾ ਲਓ ਜਿਹੜਾ ਬੜਾ ਖਤਰਨਾਕ ਹੈ। ਉਹ ਹੈ ਸਾਡੇ ਜੀਵਨ ਦਾ ਸੁਪਨਾ। ਬਚਪਨ, ਮਾਂ ਦੀ ਗੋਦ ਵਿੱਚ ਜਨਮ ਲਿਆ, ਸੁਪਨਾ ਸ਼ੁਰੂ ਹੋ ਗਿਆ। ਕੀ ਦੇਖਿਆ ਸੁਪਨੇ 'ਚ? ਇੱਕ ਬੀਬੀ ਮੇਰੀ ਮਾਂ ਹੈ, ਇੱਕ ਪਿਓ ਹੈ, ਇਹ ਭਰਾ ਹੈ, ਇਹ ਭੈਣ ਹੈ, ਇੱਕ ਕੁੱਲ ਹੈ, ਇੱਕ ਟੁੰਬ ਹੈ, ਤੇ ਉੱਤੋਂ ਫਿਰ ਪਿਆਰਿਓ ਜਾਤ ਹੈ, ਗੋਤ ਹੈ, ਨਸਲ ਹੈ, ਧਰਮ ਹੈ, ਮੁਲਕ ਹੈ, ਪਤਾ ਨਹੀਂ ਕਿੰਨੇ ਤਰ੍ਹਾਂ ਦੀਆਂ ਫਿਰ ਬੰਦਸ਼ਾਂ। ਇਹਨੂੰ ਪਾਤਸ਼ਾਹ ਕਹਿੰਦੇ ਜੈਸੇ ਸੁਪਨਾ ਅਰਪੇਖਣ। ਹੁਣ ਜਿਹੜਾ ਇਹ ਸੁਪਨਾ ਨਾ ਪਿਆਰਿਓ ਲੰਮਾ ਚੱਲਦਾ, ਇਹਦੇ ਚ ਗੁੰਜਾਇਸ਼ ਹੈ ਕਿ ਸਾਨੂੰ ਸੁਪਨੇ ਵਿੱਚ ਸਮਝ ਆ ਸਕਦੀ ਕਿ ਕੇਵਲ ਤੇ ਕੇਵਲ ਸੁਪਨਾ ਹੈ। ਰਾਤ ਵਾਲੇ ਚ ਕੋਈ ਗੁੰਜਾਇਸ਼ ਨਹੀਂ ਹੈ। ਜਿਹੜਾ ਜੀਵਨ ਵਾਲਾ ਸੁਪਨਾ ਨਾ, ਜਨਮ ਤੋਂ ਲੈ ਕੇ ਮੌਤ ਤੱਕ, ਇਸ ਸੁਪਨੇ ਵਿੱਚ ਸਾਡੀ ਨੀਂਦ ਨੂੰ ਤੋੜਨ ਲਈ ਪ੍ਰਬੰਧ ਕੀਤਾ। ਕਿਹੜਾ? ਆ ਗੁਰੂ ਘਰ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਕਾਸ਼ ਕਰਕੇ। ਤੇ ਗੁਰਬਾਣੀ ਕਹਿੰਦੀ ਗੁਰੂ ਨਾਨਕ ਜਿਨ ਸੁਣਿਆ ਪੇਖਿਆ। ਇਹ ਪਿਆਰਿਓ ਮੈਂ ਏਦਾਂ ਕਿਤੇ ਬੋਲ ਰਿਹਾ ਸੀ
ਮੈਨੂੰ ਕਿਸੇ ਇੱਕ ਉਮਰ ਦਰਾਜ ਬੀਬੀ ਨੇ ਸਵਾਲ ਕਰ ਦਿੱਤਾ, ਉਹ ਟੀਚਰ ਰਿਟਾਇਰ ਸੀ। ਉਹ ਕਹਿੰਦੇ ਬਾਬਾ ਜੀ ਤੁਸੀਂ ਕਿਹਾ ਕਿ ਜਿਨ ਗੁਰੂ ਨਾਨਕ ਸੁਣਿਆ ਪੇਖਿਆ, ਤੇ ਗੁਰੂ ਨਾਨਕ ਨੂੰ ਕਿੱਦਾਂ ਸੁਣਾਂਗੇ, ਦੱਸੋ ਕਿੱਦਾਂ, ਤੇ ਵੇਖਾਂਗੇ ਕਿੱਦਾਂ? ਸੇ ਗੁਰਵਾਸ ਨਾ ਭਰਿਆ, ਉਹ ਫਿਰ ਗਰਭ ਦੇ ਵਿੱਚ ਨਹੀਂ ਜਾਂਦਾ। ਹੁਣ ਪਿਆਰਿਓ, ਇਹ ਸਵਾਲ ਪਤਾ ਕੌਣ ਕਰੇਗਾ? ਜਿਹਦੇ ਮਨ ਅੰਦਰ ਇਹ ਚਾਹਤ ਹੈ ਕਿ ਮੈਂ ਸੱਚ ਨੂੰ ਵੇਖ ਲਵਾਂ, ਭਾਵ ਗੁਰੂ ਨਾਨਕ ਨੂੰ ਵੇਖ ਲਵਾਂ। ਅਸੀਂ ਸਵਾਲ ਉਹੀ ਕਰਦੇ ਹਾਂ। ਚਾਰ ਬੀਬੀਆਂ ਨਾ ਖੇਤਾਂ ਵਿੱਚੋਂ ਪੱਠੇ ਲੈ ਕੇ ਆਣ, ਸਿਰ ਤੇ ਪੰਡ ਹੋਵੇ, ਬੋਝਾ ਹੋਵੇ ਭਾਰੀ, ਕੋਈ ਨਿੰਦਿਆ ਹੋਵੇ, ਕੋਈ ਐਸੀ ਗੱਲ ਹੋਵੇ, ਉਹ ਸਿਰ ਦਾ ਬੋਝ ਭੁੱਲ ਜਾਂਦਾ, ਖੜੀਆਂ 15-15 ਮਿੰਟ ਗੱਲਾਂ ਹੀ ਕਰੀ ਜਾਂਦੀਆਂ। ਉਹ ਕਸ਼ਿਸ਼ ਹੈ ਉਧਰ, ਉਂਝ ਭਾਰ ਹੈ ਸਿਰ ਤੇ ਚੁੱਕਿਆ ਹੋਇਆ, ਭਾਰ ਭੁੱਲ ਗਿਆ। ਉਹ ਵਾਰਤਾ ਚਾਲੂ ਹੈ। ਇਹ ਕੱਲੀਆਂ ਬੀਬੀਆਂ ਦਾ ਨਹੀਂ, ਭਾਈਆਂ ਦਾ ਵੀ ਇਹੀ ਹਾਲ ਹੈ। ਸੱਥਾਂ ਦੇ ਵਿੱਚ, ਪਿੰਡ ਦੇ ਚੌਂਕਾਂ ਵਿੱਚ ਤਾਸ਼ ਖੇਡਣਗੇ, ਚਾਹੇ ਅੱਤ ਦੀ ਭੁੱਖ ਲੱਗੀ ਹੋਵੇ, ਪਰ ਗੱਲਾਂ ਉਹ ਸੁਣਨਗੇ, ਉਹ ਕਰਨਗੇ ਜਿੱਧਰ ਇੱਕ ਕੰਨ ਰਸਾ ਰਿਹਾ। ਪਿਆਰਿਓ, ਗੁਰੂ ਨਾਨਕ ਨੂੰ ਮਿਲਣ ਦਾ, ਵੇਖਣ ਦਾ ਇਹ ਢੰਗ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨੇ। ਹੁਣ ਤੁਸੀਂ ਕਹੋਗੇ ਅਸੀਂ ਤਾਂ ਰੋਜ਼ ਕਰਦੇ ਹਾਂ ਦਰਸ਼ਨ, ਸਾਨੂੰ ਤਾਂ ਗੁਰੂ ਨਾਨਕ ਦੇ ਦਰਸ਼ਨ ਨਹੀਂ ਹੋਏ ਕਦੇ। ਫਿਰ ਗੁਰੂ ਸਾਹਿਬ ਦੀ ਬਾਣੀ ਨਾਲ ਪ੍ਰੀਤ ਪ੍ਰੇਮ ਨਾਲ ਸਾਨੂੰ ਬਾਣੀ ਦੇ ਲਾਗੇ ਹੋ ਕੇ ਬੈਠਣਾ ਪਏਗਾ। ਫਿਰ ਪਾਤਸ਼ਾਹ ਦਾ ਹੁਕਮ ਹੈ ਇਹਦੇ 'ਚ, ਜਿਹੜਾ ਸਾਨੂੰ ਆਪਣੀ ਆਪ ਤੇ ਇੰਪਲੀਮੈਂਟ, ਭਾਵ ਅਮਲੀ ਰੂਪ ਵੀ ਦੇਣਾ ਹੋਏਗਾ। ਪਾਤਸ਼ਾਹ ਦਾ ਹੁਕਮ ਹੈ, ਸਤਿਗੁਰ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ। ਆ ਵੇਖਿਓ ਪਿਆਰਿਓ, ਗੁਰੂ ਨਾਨਕ ਨੂੰ ਮਿਲਣ ਦਾ ਢੰਗ। 35 ਮਹਾਂਪੁਰਸ਼ਾਂ ਦੀ ਬਾਣੀਆਂ ਜਿਹਨੂੰ ਮਰਜ਼ੀ ਮਿਲ ਲਓ। ਤੁਸੀਂ ਗੁਰੂ ਨਾਨਕ ਕਹਿ ਦਿਓ, ਗੁਰੂ ਰਾਮਦਾਸ ਕਹਿ ਦਿਓ, ਗੁਰੂ ਅਮਰਦਾਸ ਕਹਿ ਦਿਓ, ਗੁਰੂ ਤੇਗ ਬਹਾਦਰ ਕਹਿ ਦਿਓ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿ ਦਿਓ, ਸਤਿਗੁਰੂ ਰਵਿਦਾਸ ਮਹਾਰਾਜ ਕਹਿ ਦਿਓ, ਧੰਨ ਸਤਿਗੁਰੂ ਕਬੀਰ ਪਾਤਸ਼ਾਹ ਕਹਿ ਦਿਓ, ਇੱਕੋ ਹੀ ਗੱਲ ਹੈ। ਇੱਕੋ ਜੋਤ ਦੇ ਅਲੱਗ-ਅਲੱਗ ਨਾਮ ਨੇ, ਅੰਦਰ ਜੋਤ ਇੱਕੋ ਹੀ ਹੈ। ਹੁਣ ਪਾਤਸ਼ਾਹ ਕਹਿੰਦੇ, ਸਤਿਗੁਰ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ। ਸਾਰੇ ਆਪਾਂ ਜਾਂਦੇ ਹਾਂ, ਦਰਸ਼ਨ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਦੇ। ਪਾਤਸ਼ਾਹ ਕਹਿੰਦੇ ਦੁਨੀਆ ਵੇਖੀ ਜਾਂਦੀ ਸਾਰੀ, ਹੁਣ ਸਾਡੀ ਮੁਕਤੀ ਤਾਂ ਹੁੰਦੀ ਨਹੀਂ। ਫਿਰ ਅਗਲੀ ਪੰਕਤੀ ਕਹਿੰਦੀ, ਡਿੱਠਿਆਂ ਮੁਕਤ ਨਾ ਹੋਵੀ, ਜਿੱਚਰ ਸ਼ਬਦ ਨਾ ਕਰੇ ਵਿਚਾਰ। ਕਹਿੰਦੇ ਪਿਆਰਿਆ, ਤੇਰੀ ਵੇਖਣ ਦੇ ਨਾਲ ਤੇਰੀ ਮੁਕਤੀ ਨਹੀਂ ਹੋਣੀ, ਸ਼ਬਦ ਦੀ ਵਿਚਾਰ ਕਰਨੀ ਪਏਗੀ। ਹੁਣ ਸ਼ਬਦ ਦੀ ਵਿਚਾਰ ਕੀ ਹੈ? ਸ਼ਬਦ ਦੀ ਵਿਚਾਰ ਹੈ ਪਿਆਰਿਓ ਜਿਹੜਾ ਨਿਤਨੇਮ ਹੈ ਸਾਡਾ। ਹੁਣ ਤੁਸੀਂ ਕਹੋਗੇ ਅਸੀਂ ਨਿਤਨੇਮ ਵੀ ਕਰਦੇ ਹਾਂ, ਸਵਾਲਾਂ ਚੋਂ ਸਵਾਲ ਨਿਕਲਣਗੇ, ਆਖਰ ਤੁਹਾਡੇ ਅੰਤਮ ਸਵਾਲ ਦਾ ਤੁਹਾਨੂੰ ਜਵਾਬ ਵੀ ਮਿਲੇਗਾ। ਦਾਅਵੇ ਨਾਲ ਕਹਿੰਦਾ ਗੁਰੂ ਨਾਨਕ ਦਾ ਘਰ ਹੈ। ਫਿਰ ਤੁਸੀਂ ਕਹੋਗੇ ਅਸੀਂ ਬਾਣੀ ਵੀ ਪੜ੍ਹਦੇ ਹਾਂ ਜੀ, ਦਰਸ਼ਨ ਸਾਨੂੰ ਫੇਰ ਨਹੀਂ ਹੋਏ। ਹੋਰ ਸੌਖਾ ਸਮਝੀਏ, ਸਤਿਗੁਰੂ ਰਵਿਦਾਸ ਪਾਤਸ਼ਾਹ ਦੀ ਇੱਕ ਫਰਮਾਨ ਦੀ ਇੱਕ ਆਖਰੀ ਤੁਕ ਹੈ, ਇੱਕ ਸ਼ਬਦੀ। ਪਾਤਸ਼ਾਹ ਕਹਿੰਦੇ, ਕਹਿ ਰਵਿਦਾਸ ਸਭੇ ਜਗ ਲੁੱਟਿਆ। ਪਾਤਸ਼ਾਹ ਕਹਿੰਦੇ ਸਾਰਾ ਜਗ ਲੁੱਟਿਆ ਗਿਆ, ਹਮ ਤੋਂ ਏਕ ਰਾਮ ਕਹਿ ਛੁੱਟਿਆ। ਲੋ ਕਰੋ ਜੀ ਗੱਲ। ਪਾਤਸ਼ਾਹ ਕਹਿੰਦੇ ਇੱਕ ਵਾਰ ਮੈਂ ਰਾਮ ਕਿਹਾ, ਮੈਂ ਛੁੱਟ ਗਿਆ, ਮੁਕਤ ਹੋ ਗਿਆ। ਹੁਣ ਤੁਸੀਂ ਕਹੋਗੇ ਨਾ ਜੀ ਅਸੀਂ ਇਸ ਤੱਥ ਨਾਲ ਸਹਿਮਤ ਨਹੀਂ ਆ, ਪਰ ਸੁਭਾਵਿਕ ਹੈ ਗੱਲ। ਪੰਜ ਬਾਣੀਆਂ ਦਾ ਤੁਸੀਂ ਨਿਤਨੇਮ ਕਰਦੇ ਹੋ, ਵਾਹਿਗੁਰੂ ਵਾਹਿਗੁਰੂ ਵੀ ਕਰਦੇ ਹੋ, ਪੁੰਨ ਦਾਨ ਵੀ ਕਰਦੇ ਹੋ, ਸੇਵਾ ਵੀ ਕਰਦੇ ਹੋ, ਪਰ ਛੁੱਟੇ ਨਹੀਂ। ਆਖਰ ਕਾਰਨ ਕੀ ਬਣਿਆ ਹੋਇਆ? ਜੇ ਮਨ ਚ ਸੰਸਾ ਹੋਵੇ ਨਾ ਕਿਸੇ ਦੇ, ਦਾਸ ਦੇ ਜਿਹੜੀ ਬਾਣੀ ਦਾਸ ਅਲਪ ਮਤ ਦੇ ਨਾਲ, ਛੋਟੀ ਮਤ ਦੇ ਨਾਲ ਆਪ ਨਾਲ ਸਾਂਝ ਪਾ ਰਿਹਾ ਨਾ, ਜੇ ਕਿਸੇ ਦੇ ਮਨ ਵਿੱਚ ਸੰਸਾ ਜਾਂ ਪ੍ਰਸ਼ਨ ਹੋਵੇ, ਉਹ ਦਾਸ ਨੂੰ ਟੋਕ ਕੇ ਪੁੱਛ ਵੀ ਸਕਦਾ ਹੈ। ਹੁਣ ਪਾਤਸ਼ਾਹ ਕਹਿੰਦੇ ਏਕ ਰਾਮ ਕੇ ਛੁੱਟਿਆ, ਇੱਕ ਵਾਰੀ ਕਿਹਾ ਮੈਂ, ਰਾਮ ਤੋਂ ਭਾਵ ਵਾਹਿਗੁਰੂ।
ਉਹ ਨਿਰੰਕਾਰ ਅੱਲਾ ਗੋਡ, ਉਹ ਪ੍ਰਭੂ ਪਰਮੇਸ਼ਰ ਇੱਕ ਵਾਰ ਕਹਿਣ ਨਾਲ ਮੁਕਤੀ ਹੋ ਗਈ। ਹੁਣ ਇਹ ਰਹਿ ਰਾਸ ਸਾਹਿਬ ਵਿੱਚ ਆਪਾਂ ਰੋਜ਼ ਸਰਵਣ ਕਰਦੇ ਆਂ ਦਸਮ ਪਿਤਾ ਦਾ, ਕਿ ਜੋ ਅਕਾਲ ਪੁਰਖ ਨੂੰ ਇੱਕ ਵਾਰ ਧਿਆ ਲੈਂਦਾ ਉਹ ਕਾਲ ਦੇ ਚੱਕਰ ਤੋਂ ਮੁਕਤ ਹੋ ਜਾਂਦਾ। ਇਹ ਕਦੇ ਆਪਾਂ ਇਸ ਗੱਲ ਦਾ ਲੇਖਾ ਜੋਖਾ ਨਹੀਂ ਲਾਇਆ ਫਿਰ ਵੀ ਅਸੀਂ ਪੰਜ ਬਾਣੀਆਂ ਵੀ ਪੜ੍ਹਦੇ ਆਂ ਰੋਜ਼, ਇਹ ਗੁਰੂ ਗ੍ਰੰਥ ਸਾਹਿਬ, ਅਸੀਂ ਵਾਹਿਗੁਰੂ ਦੀ ਧੁਨ ਵੀ ਲਾਪਦੇ ਆਂ, ਅਸੀਂ ਕਿਉਂ ਨਹੀਂ ਮੁਕਤ ਹੋਏ? ਹੁਣ ਇੱਥੇ ਗੱਲ ਖੜੀ ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਇੱਕ ਵਾਰ ਤੂੰ ਵਾਹਿਗੁਰੂ ਕਹਿ ਤੂੰ ਮੁਕਤ। ਸੌਖੀ ਗੱਲ ਹੈ, ਵਾਹਿਗੁਰੂ ਤਾਂ ਕਹਿਣਾ ਇੱਕ ਵਾਰ, ਮੁਕਤ ਗੱਲ ਹੋ ਗਈ। ਇਹ ਹੁਣ ਵਾਹਿਗੁਰੂ ਕਹਿਣ ਚ ਭੇਦ ਹੈ ਬਸ। ਜੇ ਅਸੀਂ ਉਸ ਭੇਦ ਨੂੰ ਸਮਝ ਗਏ, ਉਸ ਨੁਕਤੇ ਨੂੰ ਫੜ ਲਏ, ਫਿਰ ਇਹ ਦਾਅਵੇ ਦੀ ਗੱਲ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾਅਵਾ ਕਰਦਾ ਇੱਕ ਵਾਰ ਤੇਰੇ ਵਾਹਿਗੁਰੂ ਕਹਿਣ ਨਾਲ ਮੈਂ ਤੈਨੂੰ ਮੁਕਤ ਕਰ ਦਾਂਗਾ। ਕਿੱਥੇ ਲੈ ਜਾਊਂਗਾ ਤੈਨੂੰ? ਖਾਲਸਾ ਮੇਰੋ ਰੂਪ ਹੈ ਖਾਸ। ਭਾਵ ਗੁਰੂ ਸਾਹਿਬ ਕਹਿ ਰਹੇ ਤੈਨੂੰ ਆਪਣੇ ਵਰਗਾ ਬਣਾ ਲਾਂਗਾ ਮੈਂ, ਆਪਣੇ ਵਰਗਾ ਜਿਨ੍ਹਾਂ ਦੀ ਪੂਜਾ ਕਰ ਰਹੇ ਆ। ਹੁਣ ਨੁਕਤਾ ਪਤਾ ਕੀ ਹੈ? ਚੰਬੜੇ ਦੀ ਜ਼ੁਬਾਨ ਨਾਲ ਕਹਿੰਦੇ ਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੰਬੜੇ ਦੀ ਜ਼ੁਬਾਨ ਨਾਲ ਜਪਜੀ ਸਾਹਿਬ ਤੋਂ ਲੈ ਕੇ ਸੁਖਮਨੀ ਸਾਹਿਬ, ਆਨੰਦ ਸਾਹਿਬ ਕਰਦੇ ਆ। ਹੁੰਦਾ ਪਤਾ ਕੀ ਹੈ? ਗੁਟਕਾ ਇਦਾਂ ਪ੍ਰਕਾਸ਼ ਹੈ ਸਾਹਮਣੇ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ। ਜਦੋਂ ਸ਼ੁਰੂ ਹੋਇਆ ਨਾ ਇੱਕ ਓੰਕਾਰ ਤੋਂ, ਜੀਵ ਕਹਿ ਰਹੀ ਹੈ ਜੰਤਰਬੱਧ ਢੰਗ ਨਾਲ, ਆ ਜਿਹੜਾ ਸਾਡਾ ਮਨ ਹੈ ਨਾ, ਮਨ ਉਹ ਐਬਸੈਂਟ ਹੋ ਗਿਆ ਬਸ। ਜੀਭ ਕਹਿ ਰਹੀ ਹੈ, ਕੰਨ ਸੁਣਦੇ ਨਹੀਂ ਤੇ ਵਿਚਾਰ ਚੱਲ ਰਹੇ ਆ ਲਗਾਤਾਰ, ਮਨ ਐਬਸੈਂਟ ਹੋ ਗਿਆ। ਹੁਣ ਗੰਦਾ ਸਰੀਰ ਨਹੀਂ ਹੈ ਸਾਡਾ, ਸਰੀਰ ਨੂੰ ਤਾਂ ਅਸੀਂ ਬੜੇ ਢੰਗਾਂ ਨਾਲ ਮਲ ਮਲ ਕੇ ਧੋਈਦਾ। ਆਪਣੇ ਗੁਸਲਖਾਨਿਆਂ, ਵਾਸ਼ਰੂਮਾਂ, ਹਮਾਮ 'ਚ ਜਾ ਕੇ ਦੇਖੋ, ਪਿੰਡੇ ਤੇ ਲਾਉਣ ਵਾਲਾ ਸਾਬਣ ਹੋਰ, ਚਿਹਰੇ ਤੇ ਲਾਉਣ ਵਾਲਾ ਹੋਰ, ਵਾਲਾਂ ਵਿੱਚ ਲਗਾਉਣ ਵਾਲਾ ਹੋਰ, ਸ਼ੈਂਪੂ ਅੱਡ, ਕੰਡੀਸ਼ਨਰ ਅੱਡ, ਤੇਲ ਅੱਡ, ਚਿਹਰੇ ਤੇ ਲਗਾਉਣ ਲਈ ਕਰੀਮ ਹੋਰ, ਹੱਥਾਂ ਤੇ ਲਗਾਉਣ ਲਈ ਹੋਰ, ਬੋਡੀ ਤੇ ਲਗਾਉਣ ਲਈ ਹੋਰ। ਕਿੰਨਾ ਸੌਂਦਰਯ ਪ੍ਰਸਾਧਨ ਸਾਡੇ ਕੋਲ। ਸਰੀਰ ਤਾਂ ਗੰਦਾ ਹੈ ਹੀ ਕਿਸੇ ਦਾ ਨਹੀਂ। ਹੁਣ ਗੰਦਾ ਮਨ ਹੈ, ਭਰੀਏ ਮਨ ਕਰਦੇ ਨਾ ਸਰਵਣ, ਕਿ ਮਨ ਸਾਡਾ ਭਰ ਗਿਆ ਕਾਹਦੇ ਨਾਲ? ਪਾਪਾਂ ਨਾਲ। ਉਹ ਧੁੱਪ ਹੈ ਨਾ ਵਾਕੇ ਰੰਗ। ਜਦੋਂ ਮਨ ਸਾਡਾ ਭਰ ਗਿਆ ਤੇ ਇਹ ਖਾਲੀ ਤਾਂ ਮਨ ਕਰਨਾ ਸੀ, ਧੋਣਾ ਨਾ ਸੀ ਮਲ ਕੇ, ਹੁਣ ਮਨ ਐਬਸੈਂਟ ਹੋ ਗਿਆ। ਫਿਰ ਬਾਣੀ ਕਿਹਨੂੰ ਸੁਣਾ ਰਹੇ ਆਪਾਂ? ਹੋਰ ਸੌਖਾ ਸਮਝ ਲਈਏ। ਸੂਈ ਹੁੰਦੀ ਨਾ, ਸੂਈ, ਅੱਜ ਕੱਲ ਤਾਂ ਮਸ਼ੀਨਾਂ ਆ ਗਈਆਂ, ਸੂਈ ਦੇ ਵਿੱਚ ਧਾਗਾ ਚੱਲਦਾ, ਧਾਗਾ, ਦੋ ਕੱਪੜੇ ਦੇ ਫੱਟ ਨੇ, ਥੱਲੇ ਦਿੰਦੇ ਆ, ਬਿਜਲੀ ਨਾਲ ਚੱਲ ਰਹੀਆਂ, ਪੈਰਾਂ ਨਾਲ ਚੱਲਣ ਵਾਲੀਆਂ ਮਸ਼ੀਨਾਂ ਚੱਲਦੀਆਂ ਬੜੀ ਸਪੀਡ ਨਾਲ, ਉਹ ਦੋਨਾਂ ਕੱਪੜਿਆਂ ਨੂੰ ਇੱਕ ਕਰੀ ਜਾਂਦੀਆਂ ਸੀ ਕੇ। ਤੇ ਜੇ ਉਸ ਸੂਈ ਵਿੱਚ ਧਾਗਾ ਨਾ ਹੋਵੇ, ਭਲਾ ਕੱਪੜੇ ਵੀ ਦੋ ਹੈਗੇ ਆ, ਸਿਉਣ ਵਾਲਾ ਵੀ ਬੈਠਾ, ਉਹਦਾ ਧਿਆਨ ਨਹੀਂ ਸਿਉਣ ਵਾਲੇ ਦਾ ਵੀ ਧਾਗਾ ਵਿੱਚ ਹੈ ਨਹੀਂ ਮਸ਼ੀਨ ਦੇ, ਉਹ ਦਗੜ ਦਗੜ ਮਸ਼ੀਨ ਵੀ ਚੱਲ ਰਹੀ ਹੈ, ਕੱਪੜੇ ਦੋ ਨੇ, ਉਹ ਇੱਕ ਨਹੀਂ ਕਦੇ ਹੋਣੇ, ਉਹ ਸੀਤੇ ਨਹੀਂ ਜਾਣਗੇ, ਸਲਾਈ ਨਹੀਂ ਲੱਗਣੀ ਉਹਦੇ 'ਚ। ਹੁਣ ਜਿੱਦਾਂ ਦੋ ਕੱਪੜਿਆਂ ਨੂੰ ਸਿਉਣ ਦੇ ਲਈ ਉਸ ਮਸ਼ੀਨ, ਉਸ ਯੰਤਰ ਵਿੱਚ ਧਾਗੇ ਦਾ ਹੋਣਾ ਜ਼ਰੂਰੀ ਹੈ, ਇਸੇ ਤਰ੍ਹਾਂ ਵਾਹਿਗੁਰੂ ਵਾਹਿਗੁਰੂ ਕਰਦੇ ਸਮੇਂ ਮਨ ਦੀ ਹਾਜ਼ਰੀ ਜ਼ਰੂਰੀ ਹੈ। ਸੁਣਨਾ ਮਨ ਨੇ ਹੈ, ਤਨ ਤਾਂ ਬਥੇਰਾ ਰਗੜ ਰਗੜ ਕੇ ਸਾਫ਼ ਕਰ ਲਿਆ, ਪਰ ਇਹ ਮਨ ਪਾਪਾਂ ਕੈ ਸੰਗ, ਉਹ ਧੁੱਪ ਹੈ, ਬਸ ਨਾਂ ਦੇ ਨਾਲ ਉਹਨੂੰ ਧੋਣਾ ਅੰਦਰੋਂ। ਮਨ ਧੋਤਾ ਤਾਂ ਜਾਊਗਾ ਜਦੋਂ ਮਨ ਹਾਜ਼ਰੀ ਦੇਗਾ। ਹੁਣ ਤੁਸੀਂ ਕਹੋਗੇ ਜੀ ਮਨ ਫਿਰ ਸਾਡਾ ਐਬਸੈਂਟ ਹੋ ਜਾਂਦਾ, ਹੁਣ ਕਰਨਾ ਕੀ ਹੈ ਭਲਾ? ਇਹ ਮੱਦੇ ਕਿਸੇ ਦੇ ਮਨ ਵਿੱਚ ਖਿਆਲ ਆ ਜਾਵੇ ਕਿ ਮੈਂ ਕਿਸੇ ਨੂੰ ਸਮਝਾ ਰਿਹਾ, ਨਾ
ਇਹ ਤੁਹਾਡੇ ਬਹਾਨੇ ਆਪਣੇ ਆਪ ਨੂੰ ਮੈਂ ਸਮਝਾਉਣਾ ਕਰ ਰਿਹਾ। ਹੁਣ ਕਰਨਾ ਕੀ ਹੈ? ਭਲਾ ਖਰਾਲਗੜ੍ਹ ਸਾਹਿਬ ਸੰਗਤਾਂ ਆਉਂਦੀਆਂ ਨੇ, ਬਿਰਲੀਆਂ ਕਰਦੀਆਂ ਸਵਾਲ, ਪਰ ਬਿਰਲੀਆਂ ਕਰਦਾ ਕੋਈ ਬਿਰਲਾ ਬਿਰਲਾ ਸਰੀਰ ਸਵਾਲ। ਬਾਬਾ ਜੀ ਧਿਆਨ ਏਦਾਂ ਟਿਕਦਾ ਨਹੀਂ ਹੈ, ਮਨ ਭੱਜ ਜਾਂਦਾ ਜੀ, ਕੀ ਕਰੀਏ? ਹੁਣ ਕੋਈ ਜਾਦੂ ਦੀ ਕੋਈ ਬੂਟੀ, ਜੜੀ ਬੂਟੀ ਨਹੀਂ ਹੈ ਕੋਈ, ਸੌਖਾ ਹੀ ਕੰਮ ਕਰਨਾ। ਜਦੋਂ ਬੈਠੇ ਚੌਕੜਾ ਮਾਰ ਕੇ ਕੇਵਲ ਤੇ ਕੇਵਲ ਇੱਕ ਕੰਮ ਕਰਨਾ, ਸਿਰਫ ਧਿਆਨ ਦਾ ਧਿਆਨ ਰੱਖਣਾ, ਕਿਤੇ ਭਟਕ ਨਾ ਜਾਵੇ ਬਸ। ਫਿਰ ਤੋਂ ਇੱਕ ਵਾਰ ਮੈਂ ਦੁਹਰਾ ਦਿਆਂ ਇਸ ਗੱਲ ਨੂੰ, ਕੇਵਲ ਤੇ ਕੇਵਲ ਇਸ ਗੱਲ ਦਾ ਖਿਆਲ ਰੱਖਣਾ ਕਿ ਮਨ ਗੈਰ ਹਾਜ਼ਰ ਨਾ ਹੋ ਜਾਵੇ, ਬਸ ਆ ਕਰਨਾ। ਹੁਣ ਪਿਆਰਿਓ ਚੌਕੜਾ ਮਾਰ ਕੇ ਬੈਠੇ ਆ, ਕਰਨਾ ਕੀ ਹੈ? ਚਾਰ ਤਰ੍ਹਾਂ ਦਾ ਪਿਆਰਿਓ ਸਿਮਰਨ ਹੁੰਦਾ। ਇੱਕ ਜਿਹੜਾ ਵਾਹਿਗੁਰੂ ਵਾਹਿਗੁਰੂ ਅਸੀਂ ਬੋਲ ਕੇ ਕਰਦੇ ਆ, ਇਹਨੂੰ ਵੈਖਰੀ ਸਿਮਰਨ ਆਖਿਆ ਜਾਂਦਾ। ਜਦੋਂ ਨਾ ਅਸੀਂ ਵਾਹਿਗੁਰੂ ਵਾਹਿਗੁਰੂ ਪ੍ਰੀਤ ਨਾਲ, ਰੀਝ ਨਾਲ ਕਰਦੇ ਆ, ਇਹ ਸਿਮਰਨ ਸਾਡਾ ਪੱਕ ਜਾਂਦਾ। ਫਿਰ ਤੁਸੀਂ ਬਹਿੰਦੇ ਉੱਠਦੇ ਸੌਂਦੇ ਜਾਗਦੇ, ਤੁਹਾਡੀ ਜਿਹੜੀ ਸੁੱਤਾ ਹੈ ਨਾ, ਉਹ ਵਾਹਿਗੁਰੂ ਵਾਹਿਗੁਰੂ ਵੱਲ ਜਾਵੇਗੀ। ਫਿਰ ਤੁਸੀਂ ਦਫ਼ਤਰ 'ਚ ਕੰਮ ਕਰਦੇ ਹੋ, ਦਫ਼ਤਰ 'ਚ ਕੰਮ ਕਰਦੇ ਹੋ, ਫਿਰ ਕਿਵੇਂ ਕਰੋਗੇ ਬੋਲ ਕੇ ਵਾਹਿਗੁਰੂ? ਜਦੋਂ ਤੁਹਾਡੀ ਆਦਤ ਪੱਕ ਜਾਏਗੀ, ਤੁਹਾਡੀ ਰਸਨਾ ਨੇ ਬੰਦ ਹੋ ਜਾਣਾ, ਫਿਰ ਸਿਆਣਪ ਕੋਈ ਨਹੀਂ ਹੈ ਇਹਦੇ 'ਚ। ਫਿਰ ਤੁਹਾਡਾ ਇਹ ਸਿਮਰਨ ਚੱਲੇਗਾ ਤੁਹਾਡੇ ਕੰਠ ਵਿੱਚ, ਇਹਨੂੰ ਮਧਵਾ ਕਹਿੰਦੇ ਆ। ਜਦੋਂ ਇਹ ਪੱਕ ਜਾਏਗਾ ਹੌਲੀ ਹੌਲੀ ਪ੍ਰੀਤ ਨਾਲ, ਕਿਉਂਕਿ ਪਿਆਰਿਓ ਗੁਰੂ ਘਰ 'ਚ ਨਾ ਪ੍ਰਸਾਦ ਜਿਹੜੇ ਸ਼ਰਧਾ ਦੇ ਫੁੱਲ ਨੇ, ਉਹ ਮਾਫ ਕਰਨਾ, ਆ ਪੈਸੇ ਨਹੀਂ ਹਨ, ਆ ਕਰੰਸੀ ਨਹੀਂ ਹੈ, ਕੋਈ ਫਲ ਨਹੀਂ ਹਨ, ਪਦਾਰਥ ਨਹੀਂ ਹਨ, ਕੀ ਹੈ? ਪ੍ਰੇਮ ਹੈ। ਪਾਤਸ਼ਾਹ ਨੇ ਮੋਹਰ ਲਾਈ ਕਿ ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਦਾ ਗੁਰੂ ਹੋ ਗਿਆ ਤੇ ਉਹ ਗੁਰੂ ਦੇ ਹੋ ਗਏ। ਹੁਣ ਤੁਸੀਂ ਕਹੋਗੇ ਅਸੀਂ ਤਾਂ ਪ੍ਰੇਮ ਬੜਾ ਕਰਦੇ ਹਾਂ ਜੀ। ਪਿਆਰਿਓ ਸਮਝੋ ਜਰਾ, ਜਿਹੜਾ ਅਸੀਂ ਕਰਦੇ ਆ ਨਾ ਇੱਕ ਦੂਜੇ ਨੂੰ, ਪਤੀ ਪਤਨੀ ਨੂੰ ਕਰ ਰਿਹਾ, ਮਾਂ ਬੇਟੀ ਨੂੰ ਕਰ ਰਹੀ, ਜਾਂ ਬੇਟੀ ਪੁੱਤ ਨੂੰ ਕਰ ਰਹੀ, ਬੇਟੀ ਆਪਣੇ ਕੁਟੁੰਬ ਨੂੰ ਕਰ ਰਹੀ, ਇਹ ਪ੍ਰੇਮ ਨਹੀਂ ਹੈ, ਇਹ ਪਿਆਰ ਨਹੀਂ ਹੈ, ਮਾਫ ਕਰਨਾ, ਇਹ ਹੈ ਮੋਹ। ਮੋਹ ਔਰ ਪ੍ਰੇਮ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਇਹੋ ਹੀ ਤਾਂ ਕਾਰਨ ਹੈ, ਰਿਸ਼ਤੇ ਬਣਦੇ ਨੇ, ਟੁੱਟ ਜਾਂਦੇ ਨੇ, ਉੱਥੇ ਮੋਹ ਹੁੰਦਾ ਉਹਦੇ ਵਿੱਚ। ਯਾਦ ਰੱਖਣਾ, ਜਦੋਂ ਮੋਹ ਦਾ ਅੰਤਮ ਦਾ ਸਿਰਾ ਆਉਂਦਾ ਨਾ, ਸਮਾਪਤ ਜਿੱਥੇ ਹੁੰਦਾ ਮੋਹ, ਉੱਥੇ ਦੁੱਖ ਹੋਏਗਾ। ਤੇ ਪ੍ਰੇਮ ਜਿਹੜਾ, ਪ੍ਰੇਮ ਕਦੇ ਦੁੱਖ ਨਹੀਂ ਦਿੰਦਾ, ਪ੍ਰੇਮ ਆਨੰਦ ਦਿੰਦਾ। ਹੋਰ ਸੌਖਾ ਸਮਝ ਲਈਏ, ਇੱਕ ਮਿਸ਼ਰੀ ਹੁੰਦੀ ਹੈ ਤੇ ਇੱਕ ਹੁੰਦੀ ਫਟਕੜੀ। ਵੇਖਣ ਨੂੰ ਦੋਨੋਂ ਇੱਕੋ ਤਰ੍ਹਾਂ ਦੀਆਂ ਜਾਪਦੀਆਂ, ਦੂਰ ਪਈਆਂ ਇੱਕੋ ਤਰ੍ਹਾਂ ਦੀਆਂ ਲੱਗਦੀਆਂ। ਹੁਣ ਮਿਸ਼ਰੀ ਦਾ ਸਵਾਦ ਸਾਨੂੰ ਸਾਰਿਆਂ ਨੂੰ ਪਤਾ, ਫਟਕੜੀ ਦਾ ਵੀ ਪਤਾ, ਵੇਖਣ ਨੂੰ ਇੱਕੋ ਤਰ੍ਹਾਂ ਦੀਆਂ। ਇੰਜ ਹੈ ਮੋਹ ਤੇ ਪ੍ਰੇਮ, ਪਿਆਰ। ਜਦੋਂ ਚੌਕੜਾ ਮਾਰ ਕੇ ਬੈਠੋ, ਪਹਿਲਾਂ ਤਾਂ ਅਰਦਾਸ ਕਰੋ ਗੁਰੂ ਦੇ ਸਨਮੁਖ, ਹਾਜ਼ਰ ਨਾਜ਼ਰ ਜਾਣ ਕੇ, ਐ ਅਕਾਲ ਪੁਰਖ, ਮੇਰੀ ਕੋਈ ਇੰਨੀ ਔਕਾਤ ਨਹੀਂ ਕਿ ਤੇਰੇ ਉੱਚੇ ਨਾਮ ਨੂੰ। ਇੱਕ ਗੱਲ ਹੋਰ ਬੇਨਤੀ ਕਰਦੇ ਹਾਂ ਸੰਗਤ ਜੀ, ਇਸ ਧਰਤੀ ਤੇ ਖੰਡਾਂ ਬ੍ਰਹਿਮੰਡਾਂ ਤੇ ਸਭ ਤੋਂ ਵੱਡਾ ਕੌਣ ਹੈ? ਰੱਬ। ਰੱਬ ਤੋਂ ਵੀ ਵੱਡੀ ਚੀਜ਼ ਹੈ ਇੱਥੇ। ਇਸ ਖੰਡਾਂ ਬ੍ਰਹਿਮੰਡਾਂ 'ਚ ਰੱਬ ਤੋਂ ਵੀ ਵੱਡੀ ਚੀਜ਼ ਹੁੰਦੀ, ਉਹ ਹੈ ਰੱਬ ਦਾ ਨਾਮ। ਉੱਚੇ ਉੱਪਰ ਉੱਚਾ ਨਾਮ। ਰੱਬ ਦਾ ਜਿਹੜਾ ਨਾਮ ਹੈ ਨਾ, ਉਹ ਰੱਬ ਤੋਂ ਵੀ ਵੱਡਾ ਹੈ। ਹੁਣ ਤੁਸੀਂ ਰੱਬ ਤੋਂ ਵੀ ਵੱਡੇ ਚੀਜ਼ ਨਾਲ ਸਾਂਝ ਪਾ ਰਹੇ ਹੋ, ਉਹਦੀ ਤਿਆਰੀ ਕੋਈ ਨਹੀਂ ਕਰਦੇ। ਉਹਦੀ ਤਿਆਰੀ ਇੰਜ ਕਰਨੀ, ਪਹਿਲਾਂ ਅਰਦਾਸ ਕਰਨੀ, ਪਾਤਸ਼ਾਹ ਜਿਹੜੀ ਹੈ ਮਹਾ ਸ਼ਕਤੀ ਹੈ, ਸਰਬ ਸ਼ਕਤੀਮਾਨ, ਐ ਨਿਰੰਕਾਰ, ਤੇਰੇ ਨਾਂ ਨੂੰ ਮੈਂ ਜਪਣਾ ਕਰਾਂ, ਮੇਰੀ ਇੰਨੀ ਔਕਾਤ ਨਹੀਂ। ਐ ਧੰਨ ਗੁਰੂ ਨਾਨਕ, ਮੇਰੀ ਡਸਣਾ ਤੇ ਤੂੰ ਆਪ ਬੈਠ ਜਾ। ਫਿਰ ਧਿਆਨ ਇੱਕ ਚਿੱਤ ਹੋ ਕੇ ਚੌਕੜਾ ਮਾਰ ਕੇ ਜਦੋਂ ਅੱਖਾਂ ਬੰਦ ਕਰਕੇ ਵਾਹਿਗੁਰੂ ਵਾਹਿਗੁਰੂ ਕਰਾਂਗੇ ਨਾ ਪਿਆਰਿਓ, ਆ ਕੰਨ ਕਰਿਆ ਕਰੋ ਪੂਰਾ, ਕੰਨ ਨਾਲ ਸੁਣਿਆ ਕਰੋ। ਆਪ
ਕੰਨ ਦੇ ਨਾਲ ਸੁਣਨਾ ਹੈ ਇਹਨੂੰ, ਇਹੋ ਹੀ ਕੰਮ ਔਖਾ ਹੈ ਬਸ। ਸੁਣਤੇ ਪੁਨੀਤ ਕਹਤੇ ਪਵਿੱਤ, ਸਰਵਣ ਕਰਦੇ ਨਾ, ਸੁਣਨ ਦੇ ਨਾਲ ਪਵਿੱਤਰ ਹੋ ਜਾਈਦਾ। ਆ ਤਾਂ ਪਾਣੀ ਅਸੀਂ ਅਖੰਡ ਪਾਠ ਸੁਣ ਲਏ, ਬੜੇ ਪਵਿੱਤਰ ਤਾਂ ਹੋਏ ਨਹੀਂ। ਮਸਲਾ ਇਹੋ ਹੀ ਹੈ ਕਿ ਮਨ ਐਬਸੈਂਟ, ਆ ਚਮੜੇ ਦਾ ਕੰਮ ਸੁਣ ਰਿਹਾ। ਠੀਕ ਉਸ ਤਰ੍ਹਾਂ ਜਿਵੇਂ ਇੱਕ ਸੂਈ 'ਚ ਧਾਗਾ ਕੋਈ ਨਹੀਂ, ਮਸ਼ੀਨ ਚੱਲ ਰਹੀ ਹੈ, ਦੋ ਕੱਪੜਿਆਂ ਦੇ ਫੱਟ ਇੱਕ ਨਹੀਂ ਹੋ ਰਹੇ। ਜਦੋਂ ਵੀ ਸਿਮਰਨ ਕਰੀਏ, ਜਦੋਂ ਵੀ ਜਾਤ ਵਿੱਚ ਜੁੜੀਏ, ਉਦੋਂ ਮਨ ਨੂੰ ਹਾਜ਼ਰ ਕਰਨ ਦਾ ਢੰਗ ਸਿੱਖੀਏ, ਬਲ ਸਿੱਖੀਏ। ਬਸ ਆਹ ਨੁਕਤਾ ਹੈ। ਧਿਆਨ ਦਾ ਧਿਆਨ ਰੱਖਣਾ ਕਿ ਧਿਆਨ ਕਿਧਰੇ ਭਟਕ ਨਾ ਜਾਏ। ਜਿਨ੍ਹਾਂ ਨੇ ਕਮਾਈਆਂ ਕੀਤੀਆਂ ਨਾ, ਅੱਜ ਉਹਨਾਂ ਦੀ ਜਾਤ 'ਚ ਉਹਨਾਂ ਦਾ ਪਰਿਨਿਰਵਾਣ ਦਿਵਸ ਮਨਾ ਰਹੇ ਹਾਂ। ਤੇ ਜਿਸ ਸਥਾਨ ਤੋਂ ਦਾਸ ਆਇਆ ਨਾ ਪਿਆਰਿਓ, ਪਿਆਰ ਵਾਲੀ ਮੈਂ ਆਪ ਜੀ ਨੂੰ ਇੱਕ ਪੰਨੇ ਨਾਲ ਸਾਂਝ ਪਾਵਾਂ। 10 ਮਿੰਟ ਦੱਸਦੇ ਹਰੀ ਹੋਰ ਨੇ। ਇੱਕ ਨਿੱਕਾ ਜਿਹਾ ਘਰ ਸੀ, ਕੱਚਾ, ਕੱਖਾਂ ਦੀ ਕੁੱਲੀ ਹੈ। ਭਾਰਤ ਵਿੱਚ 6443 ਜਾਤਾਂ ਨੇ। ਰੱਬ ਨੇ ਤਾਂ ਇੱਕ ਨੂਰ ਨਾਲ ਸਾਰੇ ਜਗਤ ਨੂੰ ਪੈਦਾ ਕੀਤਾ, ਬਣਾਉਣ ਵਾਲੇ ਨੇ ਜਾਤਾਂ ਵਰਣ ਬਣਾਤੀਆਂ। ਹੁਣ ਜਿਹੜੀ ਸਭ ਤੋਂ ਥੱਲੇ ਜਾਤ ਹੈ, ਜਿਹਨੂੰ ਕਮੀਣ ਕਿਹਾ ਜਾਂਦਾ, ਤੇ ਠੇਠ ਭਾਸ਼ਾ 'ਚ ਚਮਾਰ ਸ਼ਬਦ ਦੀ ਵਰਤੋਂ ਕੀਤੀ ਜਾਂਦੀ। ਗੁਰੂ ਗ੍ਰੰਥ ਸਾਹਿਬ 'ਚ ਬਲਿਹਾਰੇ ਜਾਵਾਂ ਪੰਜਵੇਂ ਪਾਤਸ਼ਾਹ ਦੇ, ਕਿਸੇ ਨੂੰ ਜਾਤ ਲਿਖਣ ਦਾ ਹੁਕਮ ਨਹੀਂ ਹੈ ਇਹਦੇ 'ਚ, ਕਿਉਂਕਿ ਗੁਰੂ ਘਰ ਕਿਸੇ ਜਾਤ ਨੂੰ ਪ੍ਰਮੋਟ ਨਹੀਂ ਕਰਦਾ। ਪਰ ਬਲਿਹਾਰੇ ਜਾਵਾਂ ਪੰਜਵੇਂ ਪਾਤਸ਼ਾਹ ਦੇ 9 ਵਾਰ ਸਤਿਗੁਰ ਰਵਿਦਾਸ ਪਾਤਸ਼ਾਹ ਜੀ ਦੀ ਬਾਣੀ ਦੇ ਸੰਪੂਰਨਤਾ ਦੇ ਵੇਲੇ ਚਮਾਰ ਸ਼ਬਦ ਦੀ ਉਹਨਾਂ ਨੇ ਵਿਆਖਿਆ ਕੀਤੀ, ਚਮਾਰ ਸ਼ਬਦ ਲਿਖਿਆ। ਗੁਰੂ ਰਵਿਦਾਸ ਪਾਤਸ਼ਾਹ ਦੀ ਬਾਣੀ ਹੈ, ਪੰਜਵੇਂ ਪਾਤਸ਼ਾਹ ਨੇ ਦਰਜ ਕੀਤੀ। ਹੁਣ ਦੇ ਪਿੱਛੇ ਮਕਸਦ ਕੀ ਸੀ ਭਲਾ? ਜਿਨ੍ਹਾਂ ਦੀ ਧੌਣ ਦੇ ਵਿੱਚ ਇਹ ਜਾਤ ਦਾ ਕਿਲ ਠੁਕਿਆ ਹੋਇਆ ਨਾ, ਉਹਨਾਂ ਨੂੰ ਦੱਸਣ ਲਈ ਕਿ ਤੁਸੀਂ ਜੋ ਜਾਤ ਭਵਾਨੀ ਹੋ, ਤੁਹਾਨੂੰ ਇੱਥੇ ਇੱਕ ਪੈਸੇ ਦਾ ਵੀ ਮਾਣ ਨਹੀਂ। ਮਾਣ ਕਿਹਨਾਂ ਨੂੰ? ਜਿਨ੍ਹਾਂ ਨੇ ਸਾਸ ਗਰਾਸ ਨਾਲ ਉਸ ਅਕਾਲ ਪੁਰਖ ਦੀ ਬੰਦਗੀ ਕੀਤੀ। ਉਸ ਕੁੱਲ ਦੇ ਵਿੱਚ ਕੱਚਾ ਘਰ ਹੈ ਪਿਆਰਿਓ, ਕੱਚਾ ਘਰ ਹੈ ਤੇ ਉੱਪਰ ਛਪਰੀ ਹੈ। ਕਿਰਤ ਕਰਦੇ ਨੇ, ਜੋੜੇ ਗਿਣਦੇ ਨੇ। ਜੋੜੇ ਗਿਣਦੇ ਨੇ। ਵੱਡਿਆਂ ਦਾ ਨਾਮ ਹੈ ਬਾਬਾ ਧੰਨਾ ਜੀ, ਛੋਟਿਆਂ ਦਾ ਨਾਮ ਬਾਬਾ ਦੇਵੀਆ ਜੀ। ਇੱਕ ਦਿਨ ਨਾ ਜੰਗਲ ਦੇ ਵਿੱਚ ਰੋਜ਼ਮਰਰਾ ਦੀ ਲੋੜ ਨੂੰ ਪੂਰਾ ਕਰਨ ਲਈ, ਜਿਹੜਾ ਖਰਾਲਗੜ੍ਹ ਸਾਹਿਬ ਹੈ ਨਾ, ਆਪ ਜੀ ਨੇ ਕਈਆਂ ਰੂਹਾਂ ਨੇ ਦਰਸ਼ਨ ਕੀਤੇ ਹੋਣਗੇ। ਖਰਾਲਗੜ੍ਹ ਸਾਹਿਬ ਦੇ ਪਿੱਛੇ ਇੱਕ ਜੰਗਲ ਵਗਦਾ ਪਿਆ। ਉਹ ਜੰਗਲ ਦੇ ਵਿੱਚ ਬਾਬਾ ਧੰਨਾ ਜੀ ਲੱਕੜਾਂ ਕੱਟ ਰਹੇ ਨੇ। ਇੱਕ ਬੀਬੀ ਗੁਰਬਾਣੀ ਦੀਆਂ ਕੁਝ ਪੰਕਤੀਆਂ ਪੜ੍ਹ ਰਹੀ ਹੈ। ਹੁਣ ਦੋਨਾਂ ਤਰਫ ਪਹਾੜੀ ਹੈ। ਉਹਦੀ ਆਵਾਜ਼ ਇੱਕੋ ਹੋ ਕੇ ਨਾ, ਜਿਵੇਂ ਸਾਊਂਡ ਚੋਂ ਆ ਰਹੀ ਦਾਸ ਦੀ ਆਵਾਜ਼, ਇੱਕੋ ਹੋ ਕੇ ਟਕਰਾ ਰਹੀ ਹੈ ਪਹਾੜਾਂ ਦੇ ਨਾਲ, ਤੇ ਬਾਬਾ ਧੰਨਾ ਦੇ ਕੰਨਾਂ 'ਚ ਪਈ ਕਰ। ਬਾਬਾ ਧੰਨਾ ਜੀ ਨੇ ਆਵਾਜ਼ ਦਾ ਪਿੱਛਾ ਕੀਤਾ। ਕੀ ਵੇਖਦਾ? ਇੱਕ ਉਮਰ ਦਰਾਜ ਬੀਬੀ ਆਪਣੀ ਰਸਨਾ 'ਚੋਂ ਬਾਣੀ ਪੜ੍ਹ ਰਹੀ ਹੈ। ਕੂਪ ਪਰਿਓ ਜੈਸੇ ਦਾਦਰਾ, ਕਛ ਦੇਸ਼ ਵਿਦੇਸ਼ ਨਾ ਬੂਝ। ਐਸੇ ਮੇਰਾ ਮਨ ਵਿਖਿਆ ਅਭਿਮੋਹਿਆ, ਕਛ ਆਰਾ ਭਾਰ ਨਾ ਸੂਝ। ਸਗਲ ਭਵਨ ਕੇ ਨਾਇਕਾ, ਇੱਕ ਛਿਨ ਦਰਸ਼ ਦਿਖਾਈ ਜੀ। ਆ ਬਾਣੀ ਪੜ੍ਹ ਰਹੀ ਹੈ। ਬਾਬਾ ਧੰਨਾ ਕਹਿੰਦਾ, ਬੀਬੀ ਜਿਹੜੇ ਤੂੰ ਸ਼ਬਦ ਪੜ੍ਹੇ, ਇਹ ਸ਼ਬਦਾਂ ਦਾ ਮੈਨੂੰ ਭਾਵ ਅਰਥ ਨਹੀਂ ਪਤਾ, ਪਰ ਸੁਣ ਕੇ ਮਨ ਨੂੰ ਠੰਡਕ, ਸ਼ਾਂਤੀ, ਸਕੂਨ ਬੜਾ ਮਿਲਿਆ। ਮੈਨੂੰ ਦੱਸੋ ਇਹ ਕੀ ਹੈ? ਉਹ ਬੀਬੀ ਦਾ ਨਾਂ ਹੈ ਮਾਤਾ ਗੁਰਦਾਸੀ। ਉਹਨੇ ਦੱਸਿਆ, ਪੁਰਖਿਆ ਇਹ ਬਾਣੀ ਸੀਰ ਗਵਰਧਨਪੁਰ ਕਾਂਚੀ ਵਾਰਾਣਸੀ 'ਚ ਰਹਿਣ ਵਾਲੇ, ਉਂਝ ਲੋਕ ਤਾਂ ਉਹਨੂੰ ਜੋੜੇ ਗੰਢਣ ਵਾਲਾ ਕਹਿੰਦੇ, ਲੋਕ ਤਾਂ ਚਮਿਆਰ ਕਹਿੰਦੇ ਨੇ, ਪਰ ਉਹ ਰੱਬ ਹੈ। ਇਹ ਉਹਨਾਂ ਦੀ ਬਾਣੀ ਹੈ। ਬਾਬਾ ਧੰਨਾ ਨੇ ਪੁੱਛਿਆ, ਤੁਸੀਂ ਦਰਸ਼ਨ ਕੀਤੇ ਨੇ? ਕਹਿੰਦੀ, ਨਾ ਪਿਆਰਿਆ, ਮੈਂ ਦਰਸ਼ਨ ਨਹੀਂ ਕੀਤੇ। ਇਹ ਬਾਣੀ ਮੈਂ ਉਹਨਾਂ ਦੀ ਸਿੱਖ ਮੀਰਾ ਕੋਲੋਂ ਸਰਵਣ ਕੀਤੀ।
ਨਾ ਦਰਸ਼ਨ ਕੀਤੇ ਤੇ ਨਾ ਪਾਤਸ਼ਾਹ ਬਾਰੇ ਜਾਣਦਾ। ਉਹ ਬਾਣੀ ਦੀਆਂ ਪੰਕਤੀਆਂ ਕੰਠ ਕਰਕੇ ਨਾਲੇ ਹੱਥਾਂ ਦੇ ਨਾਲ ਕਿਰਤ ਕਰਨੀ, ਜੋੜੇ ਗੰਢਣੇ, ਨਾਲੇ ਉਹ ਸ਼ਬਦ ਪੜ੍ਹਨੇ ਜਿਹੜੇ ਮਾਤਾ ਗੁਰਦਾਸੀ ਕੋਲੋਂ ਸਿੱਖੇ ਸੀ। ਪਿਆਰਿਓ, ਗੁਰਬਾਣੀ ਦਾ ਪ੍ਰੇਮ ਨਾਲ, ਪ੍ਰੀਤ ਨਾਲ ਪੜ੍ਹਨ ਨਾਲ, ਨਿਤਨੇਮ ਕਰਨ ਨਾਲ ਇਹ ਨਿਸ਼ਚਿਤ ਹੈ ਕਿ ਤੁਹਾਨੂੰ ਕਦੇ ਮੌਤ ਨਹੀਂ ਆਏਗੀ। ਫਿਰ ਤੋਂ ਬੇਨਤੀ ਕਰਦੇ ਹਾਂ, ਬਾਣੀ ਦੇ ਲੜ ਲੱਗਣ ਨਾਲ ਤੁਹਾਨੂੰ ਕਦੇ ਮੌਤ ਆਏਗੀ ਨਹੀਂ, ਅਮਰ ਹੋ ਜਾਓਗੇ। ਆਪਾਂ ਕਹਿੰਦੇ ਨਾ ਖੰਡੇ ਵਾਟੇ ਦਾ ਅੰਮ੍ਰਿਤ ਛਕ ਲਓ। ਕੀ ਹੈ ਭਲਾ ਅੰਮ੍ਰਿਤ? ਭਲਾ ਐੜਾ ਮੋਹਰੇ ਹਟਾ ਦਿਓ, ਕੀ ਰਹਿ ਗਿਆ? ਅੰਮ੍ਰਿਤ। ਐੜਾ ਮੰਮੇ ਨੂੰ ਸਿਹਾਰੀ ਤੇ ਪੈਰ ਚ ਲਾਰਾ ਹੈ ਨਾ, ਤੱਤਾ ਅੰਮ੍ਰਿਤ। ਹਟਾ ਦਿਓ ਐੜਾ। ਐੜਾ ਤਾਂ ਲੱਗਿਆ ਜਿਹੜਾ ਨਾ ਮਰੇ, ਅਮਰ ਹੋ ਜਾਵੇ। ਇਹ ਗੁਰਬਾਣੀ ਕਰਦੀ ਹੈ। ਸੋ ਆਪ ਜੀ ਨੂੰ ਗੁਰਬਾਣੀ ਨਾਲ ਜੋੜਨ ਲਈ ਸ਼੍ਰੀਮਾਨ ਸੰਤ ਬਾਬਾ ਸਰਬਜੋਤ ਸਿੰਘ ਜੀ ਡਾਂਗੋ ਵਾਲੇ ਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਆਏ ਨੇ। ਜੀ ਆਇਆਂ ਆਖਦੇ ਹਾਂ। ਧੰਨਵਾਦ ਵੀ ਕਰਦੇ ਹਾਂ ਕਿ ਜਿਨ੍ਹਾਂ ਨੇ ਇਹ ਪੁਰਸ਼ਾਰਥ ਕਰਕੇ ਸਾਨੂੰ ਆਪ ਜੀਆਂ ਦੇ ਦਰਸ਼ਨ ਬਖਸ਼ਿਸ਼ ਕੀਤੇ ਨੇ। ਸੋ ਪਿਆਰਿਓ, ਮੈਂ 2-4 ਮਿੰਟ ਚ ਆਪਣੀ ਬਾਣੀ ਨੂੰ ਵਿਰਾਮ ਦੇਵਾਂ। ਬਾਬਾ ਧੰਨਾ ਜੀ ਹੁਣ ਜੋੜੇ ਗੰਢਦੇ ਨੇ, ਨਾਲੇ ਬਾਣੀ ਪੜ੍ਹਦੇ ਨੇ। ਪੂਰੀ ਬਾਣੀ ਯਾਦ ਨਹੀਂ ਹੈ, ਕੁਝ ਤੁਕਾਂ ਯਾਦ ਹੈ। ਹੋਇਆ ਪਤਾ ਕੀ ਪਿਆਰਿਓ, ਉਹ ਹੱਥ ਕਾਰ ਵੱਲ, ਦਿਲ ਯਾਰ ਵੱਲ ਚਲਾ ਗਿਆ। ਜੋੜੇ ਗੰਢਦਿਆਂ ਦੀ ਸੁਤਾ ਕਿੱਥੇ ਚਲੀ ਗਈ? ਧਿਆਨ ਕਿੱਥੇ ਚਲ ਗਿਆ? ਸਹਿਜ ਅਵਸਥਾ ਵਿੱਚ, ਜਿਹਨੂੰ ਕਹਿੰਦੇ ਨਾਨਕ ਬੋਲੇ ਸਹਿਜ ਸੁਭਾਏ। ਇਹ ਸਹਿਜ ਸੁਭਾਅ ਪਤਾ ਕੀ ਹੈ? ਸਹਿਜ ਸੁਭਾਅ ਹੈ ਤੁਹਾਡਾ ਅਸਲੀ ਸੁਭਾਅ। ਜਿਹੜਾ ਅਸਲੀ ਸੁਭਾਅ ਹੈ ਰੱਬ ਹੋਣਾ, ਬੰਦੇ ਦਾ ਰੱਬ ਹੋਣਾ ਇਹ ਅਸਲੀ ਸੁਭਾਅ ਹੈ। ਸੁਤਾ ਟਿਕੀ ਉੱਥੇ, ਸ਼ਾਮ ਘਰੇ ਆਈ ਛੋਟਾ ਭਾਈ ਜਿਹਦਾ ਨਾਮ ਬਾਬਾ ਦੇਵੀਆ, ਪਿੰਡ ਦਾ ਚੌਕੀਦਾਰ ਹੈ, ਵੇਖਦਾ ਕਈ ਦਿਨ ਤੋਂ ਮੇਰਾ ਭਾਈ ਵੱਡਾ ਘੱਟ ਖਾਂਦਾ, ਘੱਟ ਬੋਲਦਾ, ਤੇ ਅੱਜ ਦੁਪਹਿਰ ਤੋਂ ਹੀ ਜੋੜੇ ਗੰਢਣ ਵਾਲੇ ਥਾਂ ਪਿੱਪਲ ਦੇ ਥੱਲੇ ਕੱਚਾ ਇੱਕ ਚੌਂਤਾ ਹੈ, ਉਹਦੇ ਤੇ ਬੈਠਾ, ਅੱਖਾਂ ਚੋਂ ਨੀਰ ਵਗਦਾ, ਅੱਖਾਂ ਬੰਦ ਹੈ, ਚੌਕੜਾ ਲੱਗਿਆ ਹੋਇਆ, ਸਮਾਧੀ ਲੱਗ ਗਈ। ਸ਼ਾਮ ਹੋ ਗਈ, ਰਾਤ ਹੋ ਗਈ। ਬਾਬਾ ਦੇਵੀਆ ਚੌਕੀਦਾਰ ਨੇ ਪਿੰਡ ਦੇ ਜਾਗਦੇ ਰਹੋ ਦਾ ਹੋਕਾ ਦੇ ਕੇ ਜਦੋਂ ਅੱਧੀ ਰਾਤ ਨੂੰ ਘਰ ਵਾਪਸ ਆਉਂਦੇ ਨੇ, ਕੀ ਵੇਖਦੇ ਨੇ ਕਿ ਬੜੇ ਭਾਈ ਸਾਹਿਬ ਅੱਖਾਂ ਚੋਂ ਜਲ ਵਗਦਾ, ਨੀਰ ਵਗਦਾ। ਪਰ ਬਾਬਾ ਦੇਵੀਆ ਜੀ ਨੇ ਸਮਾਧੀ ਤੋਂ ਉਠਾਣਾ, ਜਗਾਉਣਾ ਠੀਕ ਨਾ ਸਮਝਿਆ। ਆਖਰ ਪਿਆਰਿਓ ਸਵੇਰ ਹੋ ਗਈ, ਸੂਰਜ ਦੀਆਂ ਕਿਰਨਾਂ ਪਈਆਂ। ਬਾਬਾ ਧੰਨਾ ਜੀ ਦੀ ਸਮਾਧੀ ਖੁੱਲੀ ਨਾ ਜਦੋਂ, ਫਿਰ ਦੇਵੀਆ ਜੀ ਨੇ ਪੁੱਛਿਆ, ਭਾਈ ਸਾਹਿਬ ਇਹ ਕਹਾਣੀ ਕੀ ਹੈ? ਅੱਖਾਂ ਚੋਂ ਜਲ ਵਗਦਾ, ਜੋੜੇ ਗੰਢੇ ਕੋਈ ਨਹੀਂ, ਖਾਣਾ ਖਾਦਾ ਕੋਈ ਨਹੀਂ, ਸੁੱਤੇ ਕੋਈ ਨਹੀਂ। ਬਾਬਾ ਧੰਨਾ ਨੇ ਆਪਣੇ ਮਨ ਦੀ ਵਿਥਿਆ ਆਪਣੇ ਛੋਟੇ ਭਾਈ ਦੇਵੀਆ ਨੂੰ ਸੁਣਾਈ। ਤੇ ਅੱਗੋਂ ਭਰਾ ਪਤਾ ਕੀ ਕਹਿੰਦਾ ਫਿਰ? ਭਾਈ ਸਾਹਿਬ ਜਿਨ੍ਹਾਂ ਦੀ ਬਾਣੀ ਪੜ੍ਹਨ ਦੇ ਨਾਲ ਇੰਨਾ ਆਨੰਦ ਮਿਲਦਾ, ਜੇ ਉਹਨਾਂ ਦੇ ਦਰਸ਼ਨ ਕਰੀਏ ਤਾਂ ਵਾਪਰੇਗਾ ਕੀ? ਫਿਰ ਬਾਬਾ ਦੇਵੀਆ ਕਹਿੰਦਾ, ਬਾਬਾ ਧੰਨਾ ਕਹਿੰਦਾ, ਦੇਵੀਆ ਗੁਰੂ ਕਿਤੇ ਨੇੜੇ ਨਹੀਂ ਹੈ। ਕਿੱਥੇ ਹੈ ਗੁਰੂ? ਕਹਿੰਦਾ 1200-1300 ਕਿਲੋਮੀਟਰ ਦੂਰ, 300-400 ਕੋਹ। ਹੁਣ ਤਾਂ ਕਿਲੋਮੀਟਰ ਆ ਗਏ ਨਾ ਪਿਆਰਿਓ, ਪਹਿਲਾਂ ਕੋਹ ਹੁੰਦੇ ਸਨ। 300-400 ਕੋਹ ਦੂਰ ਹੈ। ਸੁਣਿਆ ਪੇ ਸੀਰ ਗਵਰਧਨਪੁਰ ਕਾਂਚੀ ਵਾਰਾਣਸੀ ਵਿੱਚ ਗੁਰੂ ਰਹਿੰਦਾ। ਛੋਟੇ ਭਾਈ ਨੇ ਵੱਡੇ ਭਾਈ ਨਾਲ ਸਲਾਹ ਕਰਕੇ ਨਾ ਕਿਹਾ ਵੀ ਕੱਲ ਨੂੰ ਚਾਲੇ ਮਾਰਾਂਗੇ। ਨਾ ਕੋਲ ਧਨ, ਨਾ ਖਾਣ ਨੂੰ ਟੁੱਕੜ, ਗਰੀਬੀ ਬੜੀ ਹੈ। ਘਰ ਤੋਂ ਚੱਲ ਪਏ। ਨਗਰ ਦਾ ਨਾਮ ਸੀ ਖਰਾਲੀ। ਕਈ ਮਹੀਨੇ ਲੱਗੇ ਸੀਰ ਗਵਰਧਨਪੁਰ ਕਾਂਚੀ ਵਾਰਾਣਸੀ ਲੱਭਣ ਨੂੰ। ਤਨ ਦੇ ਕੱਪੜੇ ਪਾਟ ਗਏ, ਢਿੱਡ ਭੁੱਖਾ, ਕੰਠ ਪਿਆਸ ਨਾਲ ਜਲ ਰਿਹਾ। ਜਾਤ ਭਵਾਨੀ ਲੋਕਾਂ ਨੇ ਖੂਹਾਂ ਟੋਭਿਆਂ ਤੋਂ ਜਲਣਾ ਛਕਣ ਦਿੱਤਾ ਕਿ ਨੀਚ ਨੇ। ਇਹ ਨਾਮ ਦੀ ਕਮਾਈ ਕਰਨ ਵਾਲਿਆਂ ਨੂੰ ਔਕੜਾ। ਆਖਰ ਕਿਸੇ ਨੂੰ ਪੁੱਛਿਆ ਜਾ ਕੇ, ਪਹੁੰਚ ਗਏ ਕਿ ਅਸੀਂ ਪੁਰਖਿਆ ਸਿਰ ਗਵਰਧਨਪੁਰ ਜਾਣਾ। ਦੱਸਣ ਵਾਲਾ ਕਹਿੰਦਾ, ਜਿਸ ਪਿੰਡ 'ਚ ਖੜੇ ਹੋ ਇਹ ਹੱਦ ਹੈ ਸਿਰ ਗਵਰਧਨਪੁਰ ਦੀ, ਤੁਸੀਂ ਸਿਰ ਗਵਰਧਨਪੁਰ 'ਚ ਖੜੇ ਹੋ। ਜਦ ਸੁਣਿਆ ਬਾਬੇ ਧੰਨੇ ਨੇ, ਪਿਆਰਿਓ ਉਸ ਧਰਤੀ ਨੂੰ ਨਾ, ਉਸ ਸੀਮਾ ਨੂੰ
ਧਰਤੀ ਤੇ ਦੰਡਵਤ ਪ੍ਰਣਾਮ ਕੀਤਾ। ਦੰਡਵਤ ਹੁੰਦਾ ਡੰਡੇ ਵਾਂਗੂ ਲੇਟ ਕੇ ਕਿਸੇ ਦੀ ਅਧੀਨਗੀ ਨੂੰ ਸਵੀਕਾਰ ਕਰ ਲੈਣਾ। ਜਦੋਂ ਦੰਡਵਤ ਪ੍ਰਣਾਮ ਕੀਤਾ, ਅੱਖਾਂ 'ਚ ਜਲ ਵੀ ਵਗਿਆ। ਬਾਬਾ ਦੇਵੀਆ ਕਹਿਣ ਲੱਗੇ, ਭਾਈ ਸਾਹਿਬ ਇਹ ਮੱਥਾ ਕਿਹਨੂੰ ਟੇਕਿਆ? ਨਾ ਇੱਥੇ ਕੋਈ ਮੰਦਰ, ਨਾ ਕੋਈ ਮਸਜਿਦ, ਨਾ ਕੋਈ ਪੀਰਖਾਨਾ, ਇਹ ਮੱਥਾ ਕਿਹਨੂੰ ਟੇਕਦੇ ਹੋ? ਪਿਆਰਿਓ, ਪਿਆਰ ਵਾਲਿਆਂ ਦਾ ਨਾ ਸ਼ਰ੍ਹਾ ਵਾਲਿਆਂ ਨਾਲ ਕੋਈ ਮੇਲ ਨਹੀਂ ਹੁੰਦਾ। ਬਾਬਾ ਧੰਨਾ ਕਹਿੰਦਾ, ਦੇਵੀਆ ਜਿਸ ਕੁੱਲ ਵਿੱਚ, ਜਿਸ ਪਿੰਡ ਵਿੱਚ, ਜਿਸ ਨਗਰ ਵਿੱਚ ਮੇਰਾ ਗੁਰੂ ਰਹਿੰਦਾ, ਉਹ ਦੇਵੀਆ ਉਸ ਨਗਰ ਨੂੰ ਵੀ ਕੋਟ ਨਕੋਟ ਪ੍ਰਣਾਮ ਹੈ। ਇਹ ਹੈ ਗੁਰਸਿੱਖਾਂ ਦੀ, ਇਹ ਗੁਰਸਿੱਖਾਂ ਦੀ ਬਾਣੀ ਹੈ। ਪਿਆਰਿਓ, ਆਖਰ ਪਹੁੰਚੇ, ਧੰਨ ਗੁਰੂ ਰਵਿਦਾਸ ਪਾਤਸ਼ਾਹ ਦੇ ਦਰਸ਼ਨ ਕੀਤੇ। ਪਾਤਸ਼ਾਹ ਨੇ ਪਿਆਰ ਕੀਤਾ, ਨਾਮ ਦੀ ਦਾਤ ਦਿੱਤੀ, ਨਾਮ ਦੀ ਜੁਗਤੀ ਦਿੱਤੀ। ਕਈ ਮਹੀਨੇ ਰਹੇ। ਜਦੋਂ ਵਾਪਸ ਆਣਾ ਸੀ ਨਾ, ਸੰਗਤ ਜੀ 1 ਮਿੰਟ 'ਚ ਮੈਂ ਸਮਾਪਤੀ ਕਰਾਂ। ਜਦੋਂ ਵਾਪਸ ਆਣਾ ਸੀ ਨਾ ਸ੍ਰੀ ਗੋਵਰਧਨਪੁਰ ਤੋਂ, ਧੰਨ ਗੁਰੂ ਰਵਿਦਾਸ ਪਾਤਸ਼ਾਹ ਕਹਿੰਦੇ, ਧੰਨਿਆ ਮੰਗ ਕੀ ਮੰਗਦਾ? ਬਾਬਾ ਧੰਨਾ ਨੇ ਹੱਥ ਜੋੜੇ, ਕਹਿੰਦਾ, ਪਾਤਸ਼ਾਹ ਮੰਗਣ ਦੀ ਲਾਲਸਾ ਕੋਈ ਨਾ ਰਹੀ, ਨਾਮ ਦੀ ਦਾਤ ਬਖਸ਼ ਦਿੱਤੀ, ਨਾਮ ਦੀ ਜੁਗਤੀ ਮੇਰੇ ਪੱਲੇ ਪਾਈ। ਪਾਤਸ਼ਾਹ ਕਿਰਪਾ ਕਰਿਓ, ਦਾਸ ਦਾ ਨਗਰ ਖਰਾਲੀ ਹੈ ਤੇ ਖਰਾਲੀ ਆਇਓ। ਪਿਆਰਿਓ, ਕਈ ਮਹੀਨੇ ਬਾਅਦ ਜਦੋਂ ਧੰਨ ਗੁਰੂ ਰਵਿਦਾਸ ਪਾਤਸ਼ਾਹ ਨੇ ਨਾ ਖਰਾਲੀ ਆਉਣਾ ਕੀਤਾ, ਨਾਂ ਸੀ ਪਿੰਡ ਦਾ ਖਰਾਲੀ, ਸਾਹਿਬ ਨੇ ਚਰਨਾਂ ਦੀ ਛੋਹ ਦਿੱਤੀ, ਨਗਰ ਦਾ ਨਾਮ ਪੈ ਗਿਆ ਸ੍ਰੀ ਖੁਰਾਲਗੜ੍ਹ ਸਾਹਿਬ। ਪੂਰੇ ਨਗਰ ਨੂੰ ਸਾਹਿਬ ਬਣਾਤਾ। ਕਿੰਨੇ ਪੱਠੇ ਆ ਪੰਜਾਬ 'ਚ ਪਿਆਰਿਓ? ਸੈਂਕੜੇ ਹਜ਼ਾਰਾਂ ਪੱਠੇ ਆ। ਕਿਸੇ ਪੱਠੇ ਦਾ ਨਾਮ ਪੱਠਾ ਸਾਹਿਬ ਨਹੀਂ ਹੋਣਾ। ਇੱਕੋ ਹੀ ਪੱਠਾ ਰੋਪੜ 'ਚ ਨਿਹੰਗ ਕੋਟਲਾ ਖਾਨ ਦਾ, ਉਸ ਪੱਠੇ ਨੂੰ ਕਿਹਾ ਜਾਂਦਾ ਪੱਠਾ ਸਾਹਿਬ। ਕਿਉਂ? ਕਿਉਂਕਿ ਸਾਹਿਬ ਨੇ ਚਰਨਾਂ ਦੀ ਛੋਹ ਜੋ ਦਿੱਤੀ, ਸਾਹਿਬ ਨੇ ਛੋਹ ਦਿੱਤੀ, ਤੇ ਉਸ ਨਗਰ ਦਾ ਨਾਮ ਪਿਆ ਸ੍ਰੀ ਖੁਰਾਲਗੜ੍ਹ ਸਾਹਿਬ। ਅੰਤ ਬੇਨਤੀ ਕਰਾਂ, ਜਦੋਂ ਪਾਤਸ਼ਾਹ ਨੇ ਜਾਣਾ ਸੀ ਨਾ, 4 ਸਾਲ 2 ਮਹੀਨੇ 11 ਦਿਨ ਰਹਿ ਕਰਕੇ ਬਾਬੇ ਧੰਨੇ ਨੂੰ ਵਰ ਦਿੱਤੇ। ਹੁਕਮ ਕਹਿ ਲਓ, ਬਚਨ ਕਹਿ ਲਓ, 3 ਵਰ ਪਾਤਸ਼ਾਹ ਨੇ ਦਿੱਤੇ। ਧੰਨਿਆ, ਤੂੰ ਮੇਰੇ ਨਗਰ ਜਾ ਕੇ ਮੇਰੇ ਨਗਰ ਨੂੰ ਮੱਥਾ ਟੇਕਿਆ ਸੀ ਨਾ, ਲੈ ਤੇਰੇ ਘਰ ਨੂੰ ਚਰਨਾਂ ਦੀ ਛੋਹ ਦੇ ਚੱਲਿਆ। ਜਿਹੜਾ ਸ਼ਰੀਰ ਖੁਰਾਲਗੜ੍ਹ ਸਾਹਿਬ ਆ ਕੇ ਤੇਰੇ ਘਰ ਦੇ ਆਂਗਣ ਵਿੱਚ, ਹਦੂਦ ਵਿੱਚ 2 ਘੜੀਆਂ ਬੈਠ ਕੇ ਸਤ ਸੰਗ ਦੀ ਪ੍ਰਾਪਤੀ ਕਰੇਗਾ, ਸਤਨਾਮ ਵਾਹਿਗੁਰੂ ਦਾ ਜਾਪ ਕਰੇਗਾ, ਧੰਨਿਆ ਉਹਦੀ ਹਾਜ਼ਰੀ ਧੁਰ-ਦਰਗਾਹ ਸੱਚਖੰਡ 'ਚ ਪ੍ਰਵਾਨ ਹੋਵੇ। ਇਹ ਵਰ ਦਿੱਤਾ ਪਾਤਸ਼ਾਹ। ਦੂਜਾ ਵਰ, ਧੰਨਿਆ ਤੇਰੇ ਘਰ 'ਚ ਖਾਣ ਲਈ ਟੁੱਕਰ ਰੋਟੀ ਕੋਈ ਨਹੀਂ, ਲੈ ਅੱਜ ਤੋਂ ਬਾਅਦ ਤੇਰੇ ਇਸ ਘਰ ਵਿੱਚ ਲੱਖਾਂ ਹੀ ਸੰਗਤਾਂ ਲੰਗਰ ਪ੍ਰਸ਼ਾਦਾ ਛਕਣਗੀਆਂ। ਵਰ ਸਾਹਮਣੇ ਵਰਤਦਾ ਪਿਆ। ਤੀਜਾ, ਧੰਨਿਆ ਜਿਹੜਾ ਕਾਂਚੀ ਵਾਰਾਣਸੀ ਨਹੀਂ ਜਾ ਸਕਦਾ, ਉਹ ਤੇਰੇ ਘਰ ਨੂੰ ਸਜਦਾ ਕਰ ਦੇਵੇ ਆ ਕੇ, ਤੇ ਉਹ ਮੂੰਹ ਮੰਗੀਆਂ ਮਰਾਦਾ ਪਾਏਗਾ। ਕਹਿਣ ਤੋਂ ਭਾਵ, ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ, ਗੁਰੂ ਨੇ ਕਿਰਪਾ ਕੀਤੀ, ਰੂਪ ਆਪਣਾ ਦਿੱਤਾ, ਆਪਣਾ ਵੱਲ ਵੀ ਦਿੱਤਾ, ਤੇਜ ਵੀ ਦਿੱਤਾ, ਆਪਣਾ ਹੀ ਰੂਪ ਬਣਾ ਲਿਆ। ਪਿਆਰਿਓ, ਸੋ ਅੱਜ ਜਿਨ੍ਹਾਂ ਦੀ ਯਾਦ ਵਿੱਚ ਬੈਠੇ ਆ, ਸੰਤ ਬਾਬਾ ਮੀਆਂ ਸਿੰਘ ਜੀ ਸਿਆੜ ਸਾਹਿਬ ਵਾਲੇ, ਉਹਨਾਂ ਨੇ ਆਪਣਾ ਤੇਜ, ਆਪਣਾ ਬਲ ਸ਼੍ਰੀਮਾਨ ਸੰਤ ਬਾਬਾ ਸਰਬਜੋਤ ਸਿੰਘ ਡਾਂਗੋ ਵਾਲਿਆਂ ਨੂੰ ਦੇ ਕੇ ਅੱਜ ਆਪ ਜੀਆਂ ਦੀ ਸੇਵਾ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਚਾਕਰ ਅੱਜ ਉਹ ਸੰਗਤਾਂ ਨੂੰ ਨਿੱਘ ਵੰਡ ਰਹੇ ਨੇ। ਗੁਰਬਾਣੀ ਦਾ ਉਹ ਸਰਵੋਤਮ ਜਿਹੜਾ ਰਸ ਹੈ, ਫਲ ਹੈ, ਉਹ ਸੰਗਤਾਂ ਨੂੰ ਪ੍ਰਦਾਨ ਗੁਰੂ ਨਾਨਕ ਦੇ ਘਰ ਤੋਂ ਲੈ ਕੇ ਕਰਵਾ ਰਹੇ ਨੇ। ਸੋ ਅਤੀ ਧੰਨਵਾਦ ਸ਼੍ਰੀਮਾਨ ਸੰਤ ਬਾਬਾ ਸਰਬਜੋਤ ਸਿੰਘ ਜੀ ਡਾਂਗੋਂ ਵਾਲੇ, ਜਿਨ੍ਹਾਂ ਨੇ ਇਸ ਦਰਬਾਰ ਦੇ ਵਿੱਚ ਦੂਜੀ ਵਾਰ ਆਪ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਦਿੱਤਾ ਹੈ। ਸੋ ਦਾਸ ਦੇ ਨਾਲ ਚੇਚੇ ਤੌਰ ਤੇ ਗੁਰੂ ਘਰ ਦੇ ਮੁੱਖ ਵਜ਼ੀਰ, ਹੈੱਡ ਗ੍ਰੰਥੀ ਬਾਬਾ ਨਰੇਸ਼ ਸਿੰਘ ਜੀ ਆਏ ਨੇ, ਤੇ ਆਪ ਜੀ ਦੇ ਇਸ ਮਾਲਵੇ ਖੇਤਰ ਚੋਂ, ਕਿਉਂਕਿ ਖੁਰਾਲਗੜ੍ਹ ਸਾਹਿਬ ਦੀ ਪ੍ਰਬੰਧਕ ਕਮੇਟੀ ਪੂਰੇ ਪੰਜਾਬ ਤੋਂ ਹੈ, ਬਹੁਤ ਨਿੱਘੀ ਤੇ ਪਿਆਰੀ ਰੂਹ ਸਾਡੇ ਭਾਈ ਸਾਹਿਬ ਰਜਿੰਦਰ ਸਿੰਘ ਜੀ ਜੋਧਾ ਤੇ ਸਾਡੇ ਜਥੇਦਾਰ ਸਾਹਿਬ ਪ੍ਰੇਮ ਸਿੰਘ ਜੀ ਲੀਲ ਸਾਹਿਬ ਉਚੇਚੇ ਤੌਰ ਤੇ ਪਹੁੰਚੇ ਨੇ। ਧੰਨਵਾਦ ਕਰਦਾ ਹਾਂ
ਕੋਟਨ ਕੋਟ ਧੰਨਵਾਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ, ਜਿਨ੍ਹਾਂ ਨੇ ਸੁਹਾਗ ਸਮਾਂ ਇਹ ਸਾਨੂੰ ਆਪਣੇ ਗੋਦੀ ਵਿੱਚ ਬਹਿਣ ਦਾ ਬਖਸ਼ਿਸ਼ ਕੀਤਾ। ਔਰ ਮੈਂ ਅੱਜ ਦੇ ਦਿਨ ਸੰਤ ਬਾਬਾ ਮੀਆਂ ਸਿੰਘ ਜੀ ਦੇ ਉਸ ਰੱਬੀ ਰੂਪ ਅੱਗੇ ਇਹ ਅਰਦਾਸ ਕਰਦਾ ਕਿ ਇਹ ਬਾਬਾ ਜੀ, ਜਿਵੇਂ ਤੁਸੀਂ ਨਾਮ ਨੂੰ ਜਪ ਕੇ ਗੁਰੂ ਦਾ ਰੂਪ ਹੋ ਕੇ ਅੱਜ ਜੈ ਜੈਕਾਰ ਹੋ ਰਹੀ ਹੈ, ਸਾਡੇ ਤੇ ਵੀ ਕਿਰਪਾ ਕਰਿਓ। ਆਪਣੀ ਕਮਾਈ ਦਾ ਇੱਕ ਕਿਣਕਾ ਸਾਡੀ ਝੋਲੀ ਵੀ ਪਾਇਓ, ਤਾਂ ਕਿ ਅਸੀਂ ਵੀ ਮਰਨ ਤੋਂ ਪਹਿਲਾਂ, ਇਸ ਧਰਤੀ ਤੋਂ ਜਾਣ ਤੋਂ ਪਹਿਲਾਂ ਇਹ 84 ਲੱਖ ਦੇ ਆਵਾਗਮਨ ਤੋਂ ਮੁਕਤ ਹੋ ਸਕੀਏ। ਪਿਆਰਿਓ, ਮਰਨ ਦੀ ਵਿਧੀ ਸਿੱਖਣੀ ਹੈ ਜੇ ਤਾਂ ਉਹ ਗੁਰੂ ਗ੍ਰੰਥ ਸਾਹਿਬ ਦੀ ਗੋਦ ਜਾ ਕੇ ਸਿੱਖ ਸਕਦੇ ਹਾਂ, ਕਿਉਂਕਿ ਪਾਤਸ਼ਾਹ ਦਾ ਹੁਕਮ ਹੈ, ਮਰਤਾ ਮਰਤਾ ਜਗ ਮੁਆ, ਮਰ ਵੀ ਨਾ ਜਾਣਿਆ ਕੋਏ। ਮਾਫ ਕਰਨਾ, ਸਾਨੂੰ ਹਲੇ ਜਿਉਣਾ ਨਹੀਂ ਆਂਦਾ, ਮਰਨਾ ਕਿੱਥੋਂ ਆਊਗਾ। ਆਓ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਏ ਪਿਆਰਿਓ, ਵਹਿਮਾਂ ਭਰਮਾਂ ਪਖੰਡਾਂ ਨੂੰ ਛੱਡ ਕੇ ਆਓ ਗੁਰੂ ਵਾਲੇ ਬਣੀਏ, ਖੰਡੇ ਬਾਟੇ ਦੀ ਪਹੁਲ ਛਕੀਏ, ਗੁਰੂ ਨਾਨਕ ਦੀ ਬਾਹ ਫੜ ਲਈਏ, ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਲਈਏ ਤੇ ਸੰਤ ਮਹਾਪੁਰਸ਼ਾਂ ਦੇ ਕੋਲ ਆ ਕੇ ਨਾਮ ਦੀਆਂ ਜੁਗਤੀਆਂ ਲਈਏ, ਨਾਮ ਦੀਆਂ ਵਿਧੀਆਂ ਲਈਏ। ਇੱਕ ਬੇਨਤੀ ਕਰਦੇ ਹਾਂ, ਜਿਵੇਂ ਡਾਕਟਰ ਕੋਲ ਜਾਈਦਾ ਨਾ ਖਾਂਸੀ ਬੁਖਾਰ ਜ਼ੁਕਾਮ ਲਈ, ਉਹ ਪਿਆਰਿਓ ਨਾਮ ਦੀਆਂ ਦਿੱਕਤਾਂ ਲਈ ਮਹਾਪੁਰਸ਼ਾਂ ਕੋਲ ਆ ਕੇ ਜੁਗਤਾਂ ਸਿੱਖਿਆ ਕਰੋ। ਗੁਰੂ ਘਰ ਦੇ ਗ੍ਰੰਥੀ ਸਿੰਘਾਂ ਨੂੰ ਮਹਾਪੁਰਸ਼ਾਂ ਕੋਲ ਸਵਾਲ ਕਰਿਆ ਕਰੋ। ਜੇ ਕੋਈ ਨਹੀਂ ਪਰਮਾਰਥ ਦੀ ਗੱਲ ਸਮਝ ਆਂਦੀ, ਨਸੰਗ ਪੁੱਛਿਆ ਕਰੋ, ਕੋਈ ਪੈਸਾ ਨਹੀਂ ਲੱਗਦਾ, ਕੋਈ ਝਿਜਕ ਨਾ ਰੱਖਿਆ ਕਰੋ, ਕਿਉਂਕਿ ਇਹ ਸਰਵੋਤਮ ਸੇਵਾ ਹੈ। ਸੋ ਪਿਆਰਿਓ, ਆਪ ਜੀ ਦਾ ਕੋਟਨ ਕੋਟ ਧੰਨਵਾਦ ਹੈ। ਸੋ ਸੰਗਤਾਂ ਨੂੰ ਬੇਨਤੀ ਹੈ, ਸੰਗਤ ਜੀ, ਜਿੱਥੇ ਧੰਨ ਗੁਰੂ ਰਵਿਦਾਸ ਪਾਤਸ਼ਾਹ 4 ਸਾਲ 2 ਮਹੀਨੇ 11 ਦਿਨ ਰਹੇ ਸਨ ਸ੍ਰੀ ਖਰਾਲਗੜ੍ਹ ਸਾਹਿਬ, ਉਸ ਦਰਬਾਰ ਦੀ ਕਾਰ ਸੇਵਾ ਚੱਲ ਰਹੀ ਹੈ। 35 ਕਰੋੜ ਦਾ ਪ੍ਰੋਜੈਕਟ, ਗੁਰੂ ਦਾ ਮਹੱਲ, ਉਹ ਤਪਸਥਾਨ ਉਸਾਰਿਆ ਜਾ ਰਿਹਾ। ਜਿਹੜਾ 15ਵੀਂ ਸਦੀ ਵਾਲਾ ਤਪਸਥਾਨ ਹੈ ਉਹ ਇਨਵਨ ਇਦਾਂ ਰੱਖਿਆ ਗਿਆ। ਬਾਕੀ ਸਾਰੇ ਆਲੇ ਦੁਆਲੇ ਜਿਹੜੀ ਬਿਲਡਿੰਗ ਹੈ 5 ਮੰਜ਼ਲਾਂ 1980 ਦੀ ਬਣੀ ਹੋਈ, ਉਹ ਢਾਹ ਕੇ ਨਵਾਂ ਬਣ ਰਿਹਾ ਹੈ। ਸੋ ਇਸ ਕਾਰ ਸੇਵਾ ਵਿੱਚ ਸੰਤ ਬਾਬਾ ਸਰਬਜੋਤ ਸਿੰਘ ਜੀਆਂ ਨੇ ਪਿਛਲੇ ਸਮੇਂ ਦੌਰਾਨ ਬੇਅੰਤ ਕਾਰ ਸੇਵਾਵਾਂ ਕੀਤੀਆਂ। ਆਪ ਵੀ ਸਾਨੂੰ ਦਰਸ਼ਨ ਦੇ ਕੇ ਆਏ, ਸਾਨੂੰ ਅਸ਼ੀਰਵਾਦ ਦੇ ਕੇ ਆਏ। ਸੋ ਸੰਗਤਾਂ ਨੂੰ ਵੀ ਬੇਨਤੀ ਹੈ, ਭਾਈ ਖੁਰਾਲਗੜ੍ਹ ਸਾਹਿਬ ਆਇਆ ਕਰੋ। ਧੰਨ ਗੁਰੂ ਰਵਿਦਾਸ ਪਾਤਸ਼ਾਹ ਜੀ ਨੇ ਉਸ ਧਰਤੀ ਤੇ ਬੈਠ ਕੇ ਧਰਤੀ ਦੇ ਜਰਰੇ ਜਰ ਨੂੰ ਪਵਿੱਤਰ ਕੀਤਾ ਹੋਇਆ। ਸੋ ਸਾਰੀਆਂ ਸੰਗਤਾਂ ਧੰਨਵਾਦ, ਕੋਟਨ ਕੋਟ ਧੰਨਵਾਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਹੋ ਗਈਆਂ ਬੇਅੰਤ ਭੁੱਲਾਂ ਦੀ ਖਿਮਾ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।